ਸਿੱਖੋ ਸ਼ਬਦ ਪਿਆਰਿਓ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ, ਬਾਣੀ ਗੁਰੂ ਗੁਰੂ ਹੈ ਬਾਣੀ। ਵਿਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਗੌੜੀ ਮਹੱਲਾ ਨਵਾਂ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਤੇ ਅਹਨਿਸ ਭਾਗੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਤਾਤੇ ਅਹਨਿਸ ਭਾਗੋ। ਰਹਾਉ ਸੁਖ ਦੁਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹੇ ਅਤੀਤਾ, ਤਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸ਼ਾਮਾਂ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਕੀਰਤਨ ਨੂੰ ਗਾਇਨ ਕੀਤਾ ਹੈ। ਉਸ ਤੋਂ ਉਪਰੰਤ ਸੋਦਰ ਬਾਣੀ ਜਿਹੜੀ ਹੈ ਉਸ ਦਾ ਪਾਠ ਕੀਤਾ ਹੈ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਦਾ ਜਿਹੜਾ ਪਾਵਨ ਸ਼ਬਦ ਮੈਂ ਆਪ ਜੀ ਦੇ ਸਨਮੁਖ ਪੜ੍ਹਿਆ ਹੈ, ਇਹ ਪਾਵਨ ਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਰਾਗ ਗੌੜੀ ਦੇ ਅੰਦਰ ਸੁਭਾਏਮਾਨ ਹੈ।
ਵੈਸੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅਸੀਂ ਬਾਣੀ ਪੜ੍ਹੀਏ ਤੇ ਉਹਨਾਂ ਦੀ ਬਾਣੀ ਬਾਰੇ ਆਮ ਧਾਰਨਾ ਇਹ ਬਣੀ ਹੋਈ ਹੈ ਵੀ ਉਹਨਾਂ ਦੀ ਬਾਣੀ ਵੈਰਾਗਮਈ ਹੈ। ਵੈਰਾਗ ਦਾ ਅਰਥ ਹੁੰਦਾ ਹੈ ਜਿਸ ਚੀਜ਼ ਨੂੰ ਪੜ੍ਹ ਕੇ ਮਨੁੱਖ ਦੇ ਮਨ ਦੇ ਵਿੱਚ ਵੈਰਾਗ ਆਵੇ, ਮਨੁੱਖ ਇਸ ਸੰਸਾਰ ਤੋਂ ਉਪਰਾਮ ਹੋਣ ਦੇ ਬਾਰੇ ਸੋਚੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ਼ਲੋਕ ਵਾਰਾਂ ਤੇ ਵਧੀਕ ਪੜ੍ਹੇ ਜਾਂਦੇ ਨੇ, ਜਦੋਂ ਘਰ ਦੇ ਵਿੱਚ ਭੋਗ ਪਾਇਆ ਜਾਂਦਾ ਹੈ ਤੇ ਉਸ ਵਕਤ ਉਹਨਾਂ ਸ਼ਲੋਕਾਂ ਦਾ ਪਾਠ ਕੀਤਾ ਜਾਂਦਾ ਹੈ। ਤੇ ਉਹਨਾਂ ਸ਼ਲੋਕਾਂ ਵਿੱਚ ਵੀ ਜਦੋਂ ਬੰਦਾ ਸਹਿਜ ਸੁਰਤ ਟਿਕਾ ਕੇ ਉਹਨਾਂ ਸ਼ਲੋਕਾਂ ਨੂੰ ਧਿਆਨ ਨਾਲ ਵੇਖਦਾ ਹੈ ਤੇ ਉਹਨਾਂ ਦੇ ਵਿੱਚੋਂ ਵੀ ਕਈ ਵਾਰੀ ਬਹੁਤੇ ਲੋਕ ਅਣਜਾਣ ਵਸ ਇਹ ਗੱਲ ਕਹਿ ਦਿੰਦੇ ਨੇ ਵੀ ਇਹ ਵਿਰਾਗਮਈ ਸ਼ਲੋਕ ਨੇ ਜਿਨ੍ਹਾਂ ਨੂੰ ਪੜ੍ਹ ਕੇ ਬੰਦੇ ਦੇ ਮਨ ਵਿੱਚ ਵਿਰਾਗ ਪੈਦਾ ਹੁੰਦਾ ਹੈ। ਪਰ ਨਹੀਂ, ਵਿਰਾਗ ਦਾ ਅਰਥ ਇਕੱਲਾ ਸੰਸਾਰ ਤੋਂ ਤੁਰ ਜਾਣਾ ਹੀ ਨਹੀਂ ਹੁੰਦਾ, ਜਾਂ ਸੰਸਾਰ ਤੋਂ ਤੁਰ ਗਏ ਲੋਕਾਂ ਦੀ ਯਾਦ ਨੂੰ ਮਨ ਵਿੱਚ ਵਸਾਉਣਾ ਹੀ ਨਹੀਂ ਹੁੰਦਾ। ਵਿਰਾਗ ਦਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਪਿਆਰ ਵੀ ਦਿੱਤਾ ਹੈ। ਜਿਹੜਾ ਪਿਆਰ ਹੈ, ਜਦੋਂ ਤੁਹਾਡਾ ਕਿਸੇ ਨਾਲ ਪਿਆਰ ਬਣਦਾ ਹੈ, ਸਨੇਹ ਬਣਦਾ ਹੈ, ਤੁਸੀਂ ਕਿਸੇ ਨਾਲ ਮੁਹੱਬਤ ਕਰਦੇ ਹੋ ਤਾਂ ਉਹਦੀ ਤਾਂਘ ਵਿੱਚ, ਉਹਦੇ ਦੀਦਾਰ ਵਿੱਚ ਬੰਦਾ ਦਿਨ ਰਾਤ ਉਸੇ ਤੜਫ ਵਿੱਚ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਲਿਖੀ, ਭੱਟ ਸਾਹਿਬਾਨਾਂ ਨੇ ਆਪਣੀ ਬਾਣੀ ਲਿਖੀ, ਭਗਤਾਂ ਨੇ ਆਪਣੀ ਬਾਣੀ ਲਿਖੀ ਤੇ ਸਭ ਤੋਂ ਅਖੀਰ ਤੇ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਾਮਲ ਹੈ। 15 ਰਾਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਜਿਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਲਗਭਗ 30 ਰਾਗਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਹੈ। ਕੇਵਲ ਇੱਕ ਰਾਗ ਹੈ ਜੈਜਾਵੰਤੀ ਰਾਗ, 31ਵਾਂ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ। ਉਸ 31ਵੇਂ ਰਾਗ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੀ ਦਰਜ ਹੈ। ਅੱਜ ਦੇ ਅਸੀਂ ਜਿਸ ਦਿਹਾੜੇ ਨੂੰ ਸਮਰਪਿਤ ਹੋ ਕੇ ਬੈਠੇ ਹਾਂ ਉਹ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਦੁਨੀਆ ਦੇ ਵਿੱਚ ਜਦੋਂ ਕਿਸੇ ਮਹਾਨ ਪੈਗੰਬਰ ਦੇ ਇਤਿਹਾਸ ਨੂੰ ਤੁਸੀਂ ਵੇਖੋਗੇ ਤੇ ਤੁਹਾਨੂੰ ਸ਼ਹੀਦ ਸ਼ਬਦ ਦੁਨੀਆ ਦੇ ਕਿਸੇ ਬੰਦੇ ਨਾਲ ਲਿਖਿਆ ਹੋਇਆ ਨਹੀਂ ਮਿਲੇਗਾ। ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਇਤਿਹਾਸ ਦੇ ਪਿਛਲੇ ਵਰਕੇ ਜਿਹੜੇ ਨੇ ਫੋਲਦੇ ਜਾਓ, ਪੰਨੇ ਪਲਟਦੇ ਜਾਓ, ਪਛਾਂ ਦਾ ਜਿਹੜਾ ਜਿੰਨਾ ਵੀ ਇਤਿਹਾਸ ਹੈ ਉਹਨੂੰ ਤੁਸੀਂ ਵੇਖਦੇ ਜਾਓ, ਤੁਹਾਨੂੰ ਕਿਸੇ ਵੀ ਮਨੁੱਖ ਦੇ ਨਾਮ ਨਾਲ ਸ਼ਹੀਦ ਸ਼ਬਦ ਲੱਗਿਆ ਨਹੀਂ ਮਿਲੇਗਾ। ਇਹ ਵਡੱਪਣ ਸਾਡੇ ਸਿੱਖ ਇਤਿਹਾਸ ਦਾ ਹੈ ਤੇ ਇਹੋ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਜਿਸ ਵਿੱਚ 4 ਸ਼ਹੀਦਾਂ ਦੀ ਬਾਣੀ ਦਰਜ ਹੈ। ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਮਹਾਰਾਜ, ਦੂਜੇ ਸ਼ਹੀਦ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ 2 ਭੱਟ ਸ਼ਹੀਦ ਨੇ ਜਿਹੜੇ ਕਰਤਾਰਪੁਰ ਦੀ ਜੰਗ ਦੇ ਵਿੱਚ ਸ਼ਹੀਦੀ ਦਾ ਜਾਮ ਪੀਂਦੇ ਨੇ, ਭੱਟ ਕੀਰਤ ਜੀ ਤੇ ਭੱਟ ਮਥੁਰਾ ਜੀ। ਇਹਨਾਂ 4 ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਮੁੱਢਲੇ ਤੌਰ ਤੇ ਵਾਚਦੇ ਹਾਂ, ਅੱਜ ਕੱਲ੍ਹ ਤਾਂ ਵੈਸੇ ਨਵੀਨ ਸਰੋਤ ਬਹੁਤ ਆ ਚੁੱਕੇ ਨੇ, ਕਿਤਾਬਾਂ ਉਹਨਾਂ ਦੇ ਜੀਵਨ ਤੇ ਧੜਾ ਧੜ ਲਿਖੀਆਂ ਜਾ ਰਹੀਆਂ ਨੇ, ਬਹੁਤ ਕੁਝ ਨਵਾਂ ਉਹਨਾਂ ਦੇ ਜੀਵਨ ਤੇ ਆਉਂਦਾ ਹੈ ਜਿਹੜਾ ਸਾਡੇ ਵਾਸਤੇ ਸਿੱਖਿਆਦਾਇਕ ਹੈ ਤੇ ਜਿਹੜਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਅਗਵਾਈ ਵੀ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿਹੜਾ ਜਨਮ ਹੈ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੁੰਦਾ ਹੈ। ਉਹਨਾਂ ਦਾ ਆਨੰਦ ਕਾਰਜ ਲਾਲ ਚੰਦ ਸੁਭਿੱਖੀ ਦੀ ਜਿਹੜੀ ਸੁਪੁੱਤਰੀ ਸੀ, ਮਾਤਾ ਬਿਸ਼ਨ ਕੌਰ ਦੀ ਲਾਡਲੀ ਧੀ ਸੀ ਮਾਤਾ ਗੁਜਰ ਕੌਰ, ਉਹਨਾਂ ਦੀ ਕੁੱਖ ਤੋਂ ਹੁੰਦਾ ਹੈ ਤੇ ਮਾਤਾ ਗੁਜਰ ਕੌਰ ਦਾ ਆਨੰਦ ਕਾਰਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ 1634 ਦੇ ਵਿੱਚ ਹੁੰਦਾ ਹੈ। ਬਹੁਤਾ ਸਮਾਂ ਗੁਰੂ ਸਾਹਿਬ ਆਪਣੇ ਪਰਿਵਾਰ ਦੇ ਵਿੱਚ ਉਸ ਗੁਰੂ ਜੀਵਨ ਵਿੱਚ ਰਹਿ ਕੇ ਉਹਨਾਂ ਨੇ ਆਪਣੇ ਮੁੱਢਲੇ ਜੇ ਜੀਵਨ ਨੂੰ ਹੰਢਾਇਆ ਹੈ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਵਿਤਾ ਰਚਣੀ ਜਾਣਦੇ ਸਨ, ਉਹਨਾਂ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਿਖੀ, ਉੱਥੇ ਉਹ ਤਲਵਾਰ ਦੇ ਵੀ ਧਨੀ ਨੇ। ਤੁਸੀਂ ਦੁਨੀਆ ਦੇ ਵਿੱਚ ਜਿੰਨਾ ਵੀ ਪੈਗੰਬਰਾਂ ਦਾ ਇਤਿਹਾਸ ਪੜ੍ਹੋਗੇ, ਬਹੁਤੇ ਉਹਨਾਂ ਵਿੱਚੋਂ ਉਹ ਮਿਲਣਗੇ ਜਿਹੜੇ ਕੇਵਲ ਕਲਮ ਦੇ ਧਨੀ ਨੇ, ਜਿਹੜੇ ਕਲਮ ਨਾਲ ਲਿਖਣਾ ਜਾਣਦੇ ਨੇ, ਕਲਮ ਨਾਲ ਲਿਖ ਕੇ ਤੇ ਲੋਕਾਂ ਦੇ ਵਿੱਚ ਰੂਹ ਭਰਦੇ ਨੇ, ਜਾਨ ਭਰਦੇ ਨੇ, ਜੋਸ਼ ਪੈਦਾ ਕਰਦੇ ਨੇ। ਜਿਵੇਂ ਢਾਡੀ ਸਿੰਘ ਵਾਰਾਂ ਗਾਉਂਦੇ ਨੇ, ਉਹ ਵਾਰਾਂ ਗਾ ਕੇ ਹਰ ਇੱਕ ਬੰਦੇ ਦੇ ਜੀਵਨ ਵਿੱਚ ਉਹਦਾ ਵੀਰ ਰਸ ਹੈ ਉਹਨੂੰ ਇੱਕ ਵਾਰੀ ਟੁੰਬਦੇ ਨੇ।
ਉਹਨਾਂ ਦੇ ਕੋਲ ਆਪਣੀ ਕਲਾ ਹੈ। ਲਿਖਾਰੀ ਦੇ ਕੋਲ ਕਵਿਤਾ ਲਿਖਣ ਕਰਕੇ ਆਪਣੀ ਕਲਾ ਹੈ, ਉਹ ਆਪਣੀ ਕਲਾ ਕਰਕੇ ਦੁਨੀਆ ਦੇ ਵਿੱਚ ਪ੍ਰਸਿੱਧ ਹੁੰਦਾ ਹੈ। ਤੇ ਜਿਹੜਾ ਬੰਦਾ ਸੂਰਮਾ ਹੋਵੇ ਉਹ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣਾਂ ਦੇ ਆਹੂ ਲਾਉਂਦਾ ਹੈ, ਪਰ ਉਹ ਕਲਮ ਨਾਲ ਲੋਕਾਂ ਦੇ ਅੰਦਰ ਨਵੀਂ ਰੂਹ ਨਹੀਂ ਫੂਕ ਸਕਦਾ, ਕਲਮ ਨਾਲ ਲੋਕਾਂ ਦੇ ਜੀਵਨ ਨੂੰ ਸੁਰਜੀਤ ਨਹੀਂ ਕਰ ਸਕਦਾ, ਕਲਮ ਨਾਲ ਲੋਕਾਂ ਦੇ ਜੀਵਨ ਨੂੰ ਤਬਦੀਲ ਨਹੀਂ ਕਰ ਸਕਦਾ। ਪਰ ਇਹ ਨਿਆਮਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਤੁਹਾਨੂੰ ਭਲੀ ਭਾਂਤ ਦਿਸ ਪਏਗੀ। ਮਹਾਰਾਜ ਕਲਮ ਦੇ ਵੀ ਧਨੀ ਨੇ, ਤੇ ਕਲਮ ਦੇ ਧਨੀ ਹੋਣ ਦੇ ਨਾਲ ਨਾਲ ਸਤਿਗੁਰੂ ਹੱਥ ਵਿੱਚ ਤੇਗ ਫੜ ਕੇ ਮੈਦਾਨੇ ਜੰਗ ਦੇ ਵਿੱਚ ਵੀ ਲੜਦੇ ਨੇ। ਇਹ ਹਿਸਟਰੀ ਦਾ ਸਾਡਾ ਇੱਕ ਪੱਖ ਹੈ ਜਿਸ ਨੂੰ ਅਸੀਂ ਕਿਤੇ ਨਾ ਕਿਤੇ ਜਿਹੜਾ ਹੈ ਉਹ ਭੁਲਾ ਬੈਠੇ ਹਾਂ। ਵੈਸੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਦੋਂ ਅਸੀਂ ਬਾਣੀ ਪੜ੍ਹੀਏ ਤੇ ਬਾਣੀ ਵਿੱਚ ਉਹਨਾਂ ਨੇ ਜਿੱਥੇ ਬੰਦੇ ਨੂੰ ਸੂਰਮਾ ਜੰਗ ਦੇ ਮੈਦਾਨ ਵਿੱਚ ਲੜਨ ਵਾਲਾ ਦੱਸਿਆ, ਉੱਥੇ ਦੂਜਾ ਸੂਰਮਾ ਉਹ ਵੀ ਹੈ ਜਿਹੜਾ ਆਪਣੇ ਮਨ ਦੇ ਵਿੱਚੋਂ ਹੰਕਾਰ ਖਤਮ ਕਰਦਾ ਹੈ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਸੂਰਮਾ ਉਹ ਹੀ ਨਹੀਂ ਕਿ ਜਿਹੜਾ ਇਕੱਲਾ ਜੰਗ ਦੇ ਮੈਦਾਨ ਵਿੱਚ ਲੜਦਾ ਹੈ, ਸੂਰਮਾ ਉਹ ਵੀ ਹੈ ਜਿਹਨੇ ਆਪਣੇ ਮਨ ਦੇ ਹੰਕਾਰ ਨੂੰ ਖਤਮ ਕੀਤਾ ਹੈ, ਜਿਹਨੇ ਆਪਣੇ ਮਨ ਦੀਆਂ ਬੁਰਾਈਆਂ ਨੂੰ ਛੱਡਿਆ ਹੈ, ਜਿਹੜਾ ਮਨ ਦੇ ਵਿਸ਼ੇ ਵਿਕਾਰਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢਦਾ ਹੈ। ਸੂਰਮਾ ਉਹ ਵੀ ਸੰਸਾਰ ਵਿੱਚ ਸਤਿਗੁਰ ਦੀ ਬਾਣੀ ਨੇ ਬਿਆਨ ਕੀਤਾ ਹੈ। ਸੋ ਖੈਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਲੜਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਲੜਦੇ ਹੋਏ ਵੇਖ ਕੇ ਉਹਨਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਰੱਖਿਆ ਜਾਂਦਾ ਹੈ, ਲਕਬ ਦਿੱਤਾ ਜਾਂਦਾ ਹੈ, ਤੇ ਇਤਿਹਾਸ ਵਿੱਚ ਉਹਨਾਂ ਨੂੰ ਤੇਗ ਬਹਾਦਰ ਜਿਹੜਾ ਹੈ ਉਹ ਕਹਿ ਕੇ ਪ੍ਰਚਲਿਤ ਕੀਤਾ ਜਾਂਦਾ ਹੈ। ਅਸੀਂ ਅੱਜ ਸਿਰਫ ਇੰਨਾ ਕੀ ਵੇਖਣਾ ਹੈ ਵੀ ਬਾਬਾ ਤੇਗ ਬਹਾਦਰ ਦਾ ਜਿਹੜਾ ਸਫ਼ਰ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੱਕ ਕਿੱਦਾਂ ਪਹੁੰਚਦਾ ਹੈ। ਬਾਬਾ ਤੇਗ ਬਹਾਦਰ ਦਾ ਸਫ਼ਰ ਗੁਰੂ ਤੱਕ ਕਿੱਦਾਂ ਪਹੁੰਚਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਕਿੱਦਾਂ ਬਣਦੇ ਨੇ ਤੇ ਉਹਨਾਂ ਦਾ ਪਹਿਲਾ ਜੀਵਨ ਕਿਹੋ ਜਿਹਾ ਸੀ। ਇਹਦੇ ਵਿੱਚੋਂ ਅਸੀਂ ਇਤਿਹਾਸ ਦੇ ਕੁਝ ਚੋਣਵੇਂ ਪੱਖ ਆਪ ਜੀ ਨਾਲ ਸਾਂਝੇ ਕਰਨੇ ਨੇ। ਸੋ ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਫਤਿਹ ਨਾਲ ਪਾਈਏ ਸਾਂਝ। ਗੁਰੂ ਦਰਬਾਰ ਦੀ ਹਾਜ਼ਰੀ ਲਵਾਉਂਦੇ ਹੋਏ ਇੱਕੇ ਹੀ ਵਾਰ ਕਹਿਣ ਤੇ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਤੇ ਆਨੰਦ ਕਾਰਜ ਤੋਂ ਬਾਅਦ ਸਾਡੇ ਇਤਿਹਾਸ ਵਿੱਚ ਮਿਲਦਾ ਵੀ ਉਹਨਾਂ ਦੇ ਘਰੇ ਕਾਫੀ ਲੰਮੇਰਾ ਸਮਾਂ ਔਲਾਦ ਨਹੀਂ ਹੋਈ। ਫਿਰ ਕੁਝ ਲਿਖਾਰੀਆਂ ਨੇ ਅਣਜਾਣ ਵਸ ਉਹਨਾਂ ਦੇ ਇਤਿਹਾਸ ਨੂੰ ਇਦਾਂ ਲਿਖਿਆ ਵੀ ਗੁਰੂ ਸਾਹਿਬ ਵੱਖ-ਵੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਰਹੇ। ਜਬ ਹੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਦਿਨ ਕਰਤ ਬਿਤਾਏ ਇਤਿਆਦਿਕ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦਾ ਹੈ। ਪਰ ਤੁਸੀਂ ਕਦੀ ਇਸ ਚੀਜ਼ ਵੱਲ ਝਾਤੀ ਮਾਰਿਓ ਜਿਸ ਗੁਰੂ ਦੀ ਪਰਵਰਿਸ਼ ਆਪਣੇ ਗੁਰੂ ਪਿਤਾ ਦੇ ਘਰ ਵਿੱਚ ਹੋਈ ਹੋਵੇ ਤੇ ਮਾਤਾ ਨਾਨਕੀ ਜਿਸ ਦੀ ਮਾਂ ਹੋਵੇ, ਕੀ ਉਹ ਸ਼ਖਸੀਅਤ ਵੀ ਕਦੀ ਇਹਨਾਂ ਤੀਰਥਾਂ ਦੇ ਵਹਿਮਾਂ ਭਰਮਾਂ ਅਡੰਬਰਾਂ ਦੇ ਵਿੱਚ ਪੈ ਸਕਦੀ ਹੈ। ਗੁਰੂ ਨਾਨਕ ਦੇ ਘਰ ਨੇ ਤਾਂ ਸਿੱਖਿਆ ਹੀ ਬੰਦੇ ਨੂੰ ਅੱਜ ਤੱਕ ਇਹ ਦਿੱਤੀ ਹੈ ਵੀ ਬੁਰਾਈ ਦੀ ਜੜ ਤੇਰਾ ਮਨ ਹੈ, ਉਹ ਤੇਰੇ ਅੰਦਰ ਹੈ, ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ ਹੈ। ਬੁਰਾਈ ਦੀ ਜੜ ਮਨ ਹੈ ਤੇ ਮਨ ਬੰਦੇ ਦੇ ਅੰਦਰ ਹੈ। ਤੀਰਥ ਤੇ ਨਹਾਤਿਆਂ ਮਨ ਨੂੰ ਰੰਚਕ ਮਾਤਰ ਕੋਈ ਫਰਕ ਨਹੀਂ ਪੈਂਦਾ। ਤੀਰਥ ਤੇ ਨਹਾਉਣ ਦਾ ਕੀ ਫਾਇਦਾ, ਕੀ ਲਾਭ ਹੈ। ਜੇ ਕੋ ਪਾਵੇ ਤਿਲਕਾ ਮਾਨ, ਇਹ ਤਾਂ ਤਿਲ ਜਿੰਨਾ ਮਾਣ ਹੈ। ਬੰਦਾ ਸਿਰਫ ਇੰਨਾ ਕੀ ਮਾਣ ਹਾਸਲ ਕਰ ਸਕਦਾ ਹੈ ਵੀ ਮੈਂ ਤੀਰਥਾਂ ਤੇ ਇਸ਼ਨਾਨ ਕਰ ਆਇਆ, ਵਰਨਾ ਉਹਦੇ ਜੀਵਨ ਵਿੱਚ ਰੰਚਕ ਮਾਤਰ ਵੀ ਤਬਦੀਲੀ ਨਹੀਂ ਆਉਂਦੀ। ਹੁਣ ਜਿਸ ਗੁਰੂ ਘਰ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ ਹੋਵੇ ਤੇ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਇਹ ਮੰਗ ਰੱਖ ਰਹੇ ਹੋਣ ਵੀ ਸਾਡੇ ਘਰ ਵਿੱਚ ਔਲਾਦ ਹੋਵੇ, ਮੈਂ ਕਈ ਵਾਰੀ ਇਹਨੂੰ ਇਸ ਤਰ੍ਹਾਂ ਸੋਚਦਾ ਹੁੰਦਾ ਵੀ ਕਿਤੇ ਨਾ ਕਿਤੇ ਲਿਖਾਰੀਆਂ ਤੇ ਅਣਜਾਣ ਵਸ ਹਿੰਦੂ ਮਤ ਦਾ ਪ੍ਰਭਾਵ ਹੈ ਤੇ ਉਸੇ ਮਤ ਦੇ ਪ੍ਰਭਾਵ ਨੂੰ ਐਕਸੈਪਟ ਕਰਕੇ ਉਹ ਆਪਣੇ ਇਤਿਹਾਸ ਨੂੰ ਕਲਮ ਦੇ ਨਾਲ ਅੱਗੇ ਦੀ ਅੱਗੇ ਲਿਖਦੇ ਜਾ ਰਹੇ ਨੇ। ਅੱਗੇ ਦੀ ਅੱਗੇ ਉਸ ਇਤਿਹਾਸ ਨੂੰ ਅਸੀਂ ਪ੍ਰਚਲਿਤ ਕਰ ਦਿੱਤਾ। ਫਿਰ ਅੱਜ ਤੁਸੀਂ ਵੇਖੋ ਸਾਡੇ ਸਿੱਖ ਸਮਾਜ ਵਿੱਚ, ਸਾਡੇ ਸਿੱਖ ਪੰਥ ਵਿੱਚ ਵੀ ਬਹੁਤ ਕੁਝ ਇੱਦਾਂ ਦੀਆਂ ਰਵਾਇਤਾਂ ਬਣੀਆਂ ਹੁੰਦੀਆਂ ਨੇ। ਪੁੱਤਰਾਂ ਦੀ ਅਰਦਾਸ ਕਰਵਾਉਣੀ ਹੈ, ਸਾਡੇ ਡੇਰੇ ਵਿੱਚ ਆਓ, ਸਾਡੇ ਗੁਰਦੁਆਰੇ ਆਓ, ਤੁਹਾਨੂੰ ਇੱਥੋਂ ਪੁੱਤਰਾਂ ਦੀਆਂ ਦਾਤਾਂ ਮਿਲਣਗੀਆਂ, ਤੁਸੀਂ ਆਪਣੀਆਂ ਝੋਲੀਆਂ ਭਰ ਕੇ ਇੱਥੋਂ ਘਰ ਨੂੰ ਜਾਓਗੇ। ਕਈ ਵਾਰੀ ਹੈਰਾਨ ਹੋਈਦਾ, ਇੱਕ ਡੇਰੇ ਦੇ ਵਿੱਚ ਸਤਿਗੁਰ ਦੀ ਬਾਣੀ ਦੀ ਇਹ ਪੰਕਤੀ ਲਿਖੀ ਸੀ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ। ਸਰੋਵਰ ਬਣਿਆ ਤੇ ਸਰੋਵਰ ਦੇ ਕੰਢੇ ਤੇ ਨਾ ਇੱਕ ਬੋਰਡ ਲੱਗਾ ਹੈ ਤੇ ਉਸ ਬੋਰਡ ਵਿੱਚ ਇਹ ਪੰਕਤੀ ਲਿਖੀ ਹੈ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗੈ ਕਾਈ। ਹੁਣ ਜਿਹੜਾ ਤਾਂ ਬੰਦਾ ਬਾਣੀ ਪੜ੍ਹਦਾ ਹੈ
ਉਹਨੂੰ ਇਸ ਚੀਜ਼ ਦਾ ਪਤਾ ਹੋਏਗਾ ਵੀ ਇਹ ਸਵਾਲ ਸਿੱਧਾਂ ਦਾ ਹੈ, ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ। ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ, ਅਸੀਂ ਤੀਰਥਾਂ ਤੇ ਜਾਂਦੇ ਹਾਂ, ਅਸੀਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਤੀਰਥ ਨਹਾਈਐ, ਸੁੱਖ ਫਲ ਪਾਈਐ, ਉੱਥੇ ਜਾ ਕੇ ਸੁੱਖਾਂ ਦੇ ਫਲਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਮੈਲ ਨਾ ਲੱਗੇ ਕਾਈ, ਬੰਦੇ ਦੇ ਜੀਵਨ ਨੂੰ ਮੈਲ ਨਹੀਂ ਲੱਗਦੀ, ਬੰਦੇ ਦਾ ਜੀਵਨ ਮੈਲ ਤੋਂ ਰਹਿਤ ਹੋ ਜਾਂਦਾ ਹੈ, ਨਿਰਮਲ ਜੀਵਨ ਬੰਦੇ ਦਾ ਬਣ ਜਾਂਦਾ ਹੈ। ਮੈਲ ਨਾ ਲੱਗੇ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ। ਇਹ ਜਿਹੜੇ ਸਿੱਧ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਚਰਚਾ ਕਰਦੇ ਨੇ, ਉਹਨਾਂ ਦਾ ਸਵਾਲ ਹੈ, ਇਹ ਗੁਰੂ ਨਾਨਕ ਸਾਹਿਬ ਦਾ ਸਵਾਲ ਨਹੀਂ। ਪਰ ਲੋਕਾਂ ਨੂੰ ਭਰਮਾਉਣ ਵਾਸਤੇ ਸਰੋਵਰ ਦੇ ਕੰਢੇ ਤੇ ਲਿਖ ਦਿੱਤਾ, ਲੋਕ ਧੜਾ ਧੜ ਆਣ ਕੇ ਉੱਥੇ ਇਸ਼ਨਾਨ ਕਰ ਰਹੇ ਨੇ। ਇਹ ਸਾਡੇ ਸਿੱਖ ਮਤ ਦੀ, ਸਾਡੇ ਪੰਥ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਰਾਸਦੀ ਹੈ। ਅਸੀਂ ਸਿੱਧਾਂ ਦੀ ਉਸ ਗੱਲ ਨੂੰ ਆਪਣੇ ਮਤ ਵਿੱਚ ਲਿਆ ਕੇ ਤੇ ਕੋਡ ਅਸੀਂ ਇਹਨੂੰ ਆਪਣੇ ਤਰੀਕੇ ਨਾਲ ਕਰ ਦਿੱਤਾ, ਲਾਗੂ ਇਹਨੂੰ ਅਸੀਂ ਆਪਣੇ ਤਰੀਕੇ ਨਾਲ ਕਰ ਦਿੱਤਾ। ਸਾਡੇ ਵੀ ਸਿੱਖ ਪੰਥ ਵਿੱਚ ਕਿਸੇ ਨੇ ਪੁੱਤਰਾਂ ਦੀ ਦਾਤ ਲੈਣੀ ਹੋਵੇ ਤੇ ਲੋਕ ਡੇਰਿਆਂ ਤੇ ਤੁਰੇ ਫਿਰਦੇ ਨੇ, ਲੋਕ ਝੋਲੀਆਂ ਅੜਦੇ ਫਿਰਦੇ ਨੇ। ਅਸੀਂ ਇਹ ਸੋਚ ਲਿਆ ਵੀ ਜੇ ਸਾਡੇ ਘਰ ਵਿੱਚ ਔਲਾਦ ਨਹੀਂ ਤੇ ਸਾਡੇ ਘਰ ਵਿੱਚ ਜਿਹੜਾ ਸੁੱਖ ਹੈ ਉਹ ਕਿਤੇ ਗਵਾਚ ਜਾਏਗਾ, ਸੁੱਖ ਕਿਤੇ ਬਾਹਰ ਚਲਾ ਜਾਏਗਾ। ਅਸੀਂ ਇਹ ਸੋਚਿਆ ਜੇ ਔਲਾਦ ਨਹੀਂ ਤੇ ਸਾਡਾ ਘਰ ਅੱਗੇ ਕਿੱਦਾਂ ਚੱਲੇਗਾ। ਮੈਨੂੰ ਇਤਿਹਾਸ ਦੀ ਉਹ ਗੱਲ ਬੜੀ ਪਿਆਰੀ ਲੱਗਦੀ ਹੈ। ਭਾਈ ਸ਼ੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਦੋਵੇਂ ਪਿਓ ਪੁੱਤ ਨੇ। ਜਲਾਦ ਚਰਖੜੀ ਤੇ ਚੜ੍ਹ ਲੱਗਦਾ ਹੈ ਤੇ ਸ਼ੁਬੇਗ ਸਿੰਘ ਨੂੰ ਪੁੱਛਿਆ ਜਾਂਦਾ ਹੈ, ਤੂੰ ਆਪਣੇ ਪੁੱਤਰ ਨੂੰ ਬਚਾ ਲੈ, ਜੇ ਤੇਰਾ ਪੁੱਤਰ ਨਾ ਬਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਰਿਵਾਰ ਦੀ ਕੁਲ ਦਾ ਨਾਸ਼ ਹੋ ਜਾਏਗਾ, ਤੁਹਾਡੇ ਪਰਿਵਾਰ ਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟ ਜਾਏਗਾ। ਵੈਸੇ ਬੜੀ ਵੱਡੀ ਨਿਆਮਤ ਹੈ ਸਾਡੇ ਸਿੱਖ ਪੰਥ ਦੀ। ਜ਼ਾਲਮਾਂ ਨੇ ਬਹੁਤ ਘਣੇ ਤਸੀਹੇ ਦੇ ਕੇ ਇਹ ਜ਼ੋਰ ਲਾਇਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਸਤੀ ਨੂੰ ਇਸ ਦੁਨੀਆ ਤੋਂ ਮਿਟਾ ਦਿੱਤਾ ਜਾਏ, ਉਹਨਾਂ ਦੀ ਹਸਤੀ ਨੂੰ ਇਸ ਦੁਨੀਆ ਤੋਂ ਖਤਮ ਕਰ ਦਿੱਤਾ ਜਾਏ। ਪਰ ਅੱਜ ਉਹੋ ਹੀ ਧਰਤੀ ਹੈ ਜਿਸ ਥਾਂ ਤੇ ਅਸੀਂ ਬੈਠੇ ਹਾਂ। ਅੱਜ ਔਰੰਗਜ਼ੇਬ ਬਾਦਸ਼ਾਹ ਦਾ ਕੋਈ ਨਾਮ ਲੈਣ ਵਾਸਤੇ ਵੀ ਤਿਆਰ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ, ਜੋਤੀ ਜੋਤ ਦਿਵਸ ਨੂੰ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪੂਰਾ ਸਿੱਖ ਪੰਥ ਯਾਦ ਕਰਦਾ। ਇਹ ਬੜੀ ਵੱਡੀ ਨਿਆਮਤ ਹੈ। ਜਿਨ੍ਹਾਂ ਨੇ ਜ਼ੋਰ ਲਾਇਆ ਸੱਚ ਨੂੰ ਦਬਾਇਆ ਜਾਏ, ਪਰ ਸੱਚ ਫਿਰ ਇਸ ਧਰਤੀ ਦੇ ਵਿੱਚੋਂ ਉਸ ਲਾਵੇ ਦੀ ਤਰ੍ਹਾਂ ਫੁੱਟਦਾ ਹੈ ਤੇ ਇਸ ਧਰਤੀ ਤੋਂ ਬਾਹਰ ਆਣ ਕੇ ਸੱਚ ਅੱਜ ਫਿਰ ਦੁਨੀਆ ਦੇ ਵਿੱਚ ਪ੍ਰਗਟ ਹੋ ਰਿਹਾ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਸ਼ੁਬੇਗ ਸਿੰਘ ਨੂੰ ਕਿਹਾ ਗਿਆ ਵੀ ਤੂੰ ਆਪਣੇ ਪੁੱਤਰ ਨੂੰ ਬਚਾ ਲੈ, ਜੇ ਤੇਰਾ ਪੁੱਤ ਅੱਜ ਇੱਥੇ ਸ਼ਹੀਦ ਹੋ ਗਿਆ, ਚਰਖੜੀ ਤੇ ਚੜ੍ਹ ਕੇ ਅਸੀਂ ਇਹਨੂੰ ਮਾਰ ਦਿੱਤਾ, ਤਾਂ ਹੋ ਸਕਦਾ ਹੈ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡੇ ਪਰਿਵਾਰ ਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟ ਜਾਏ। ਤੇ ਭਾਈ ਸ਼ੁਬੇਗ ਸਿੰਘ ਨੇ ਜਿਹੜਾ ਅੱਗੋਂ ਜਵਾਬ ਦਿੱਤਾ, ਸਰਦਾਰ ਰਤਨ ਸਿੰਘ ਭੰਗੂ ਨੇ ਆਪਣੇ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਉਹਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ। ਉਹਨਾਂ ਕਿਹਾ, ਹਮ ਕਾਰਨ ਗੁਰ ਕੁਲੈ ਗਵਾਈ, ਸਾਡੇ ਵਾਸਤੇ ਗੁਰੂ ਨੇ ਆਪਣੀ ਕੁਲ ਗਵਾ ਦਿੱਤੀ, ਸਾਡੇ ਵਾਸਤੇ ਗੁਰੂ ਨੇ ਆਪਣਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਮਿਟਾ ਦਿੱਤਾ। ਹਮ ਕੁਲ ਰਾਖੈ ਕਵਨ ਵਡਾਈ, ਜੇ ਅਸੀਂ ਆਪਣੀ ਕੁਲ ਦਾ ਬਚਾਅ ਕਰ ਲਈਏ ਤੇ ਸਾਡੀ ਇਹਦੇ ਵਿੱਚ ਕੀ ਵਡਿਆਈ ਹੈ। ਅਸੀਂ ਤਾਂ ਚੰਡੇ ਹੀ ਉਸ ਗੁਰੂ ਦੇ ਹੋਏ ਹਾਂ ਜਿਹੜੇ ਗੁਰੂ ਨੇ ਆਪਣਾ ਪਹਿਲਾਂ ਪੂਰਾ ਪੰਥ ਕੁਰਬਾਨ ਕਰਨ ਤੋਂ, ਆਪਣੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਇਸ ਪੰਥ ਤੋਂ ਕੁਰਬਾਨ ਕਰਨ ਬਾਰੇ ਸੋਚਿਆ। ਅਸੀਂ ਉਸ ਗੁਰੂ ਦੇ ਚੰਡੇ ਹੋਏ ਹਾਂ। ਚਾਹੁੰਦੇ ਤੇ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਆਪਣੇ ਸਾਹਿਬਜ਼ਾਦਿਆਂ ਨੂੰ ਬਚਾ ਸਕਦੇ ਸਨ, ਜਿਨ੍ਹਾਂ ਦਾ ਅੱਜ ਅਸੀਂ ਇਤਿਹਾਸ ਪੜ੍ਹ ਰਹੇ ਹਾਂ। ਤੁਸੀਂ ਉਹਨਾਂ ਦੇ ਪਰਿਵਾਰਕ ਪਿਛੋਕੜ ਨੂੰ ਕਦੀ ਝਾਤ ਮਾਰਿਓ। ਉਹਨਾਂ ਦੇ ਜਿਹੜੇ ਪਿਤਾ ਨੇ ਉਹ ਵੀ ਗੁਰੂ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਵੀ ਗੁਰੂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੋਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਗੁਰੂ ਨੇ। ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ। ਪਿਆਰਾ ਸਿੰਘ ਪਦਮ ਨੇ ਆਪਣੀ ਭੂਮਿਕਾ ਵਿੱਚ ਇੱਕ ਗੱਲ ਲਿਖੀ ਹੈ, ਦੁਨੀਆ ਦੇ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਨੇ। ਕੁਝ ਲੋਕ ਆਪਣੇ ਨਾਮ ਕਰਕੇ ਦੁਨੀਆ ਦੇ ਵਿੱਚ ਜਸ ਵਡਿਆਈ ਖੱਟਦੇ ਨੇ, ਆਪਣੇ ਕਰਕੇ, ਜਿਵੇਂ ਮੈਂ ਬੜਾ ਮਹਾਨ ਆ, ਮੈਂ ਆਪਣੇ ਕਰਕੇ ਦੁਨੀਆ ਦੇ ਵਿੱਚ ਜਸ ਤੇ ਵਡਿਆਈ ਨੂੰ ਖੱਟਿਆ। ਕੁਝ ਲੋਕ ਆਪਣੇ ਕਰਕੇ ਮਹਾਨ ਨਹੀਂ ਹੁੰਦੇ, ਉਹ ਆਪਣੇ ਪੁਰਖਿਆਂ ਕਰਕੇ ਮਹਾਨ ਹੁੰਦੇ ਨੇ ਵੀ ਉਹਨਾਂ ਦੇ ਪੁਰਖਿਆਂ ਨੇ ਪਿਛਲੇਰੀ ਉਮਰ ਦੇ ਵਿੱਚ ਬੜੇ ਵੱਡੇ ਕਾਰਨਾਮੇ ਕੀਤੇ ਸਨ, ਬੜੇ ਵੱਡੇ ਕੰਮ ਕੀਤੇ ਸਨ, ਬੜੇ ਸੂਰਬੀਰ ਯੋਧੇ ਹੋਏ ਨੇ, ਲੋਕਾਂ ਦੀ ਬੜੀ ਉਹਨਾਂ ਨੇ ਮਦਦ ਕੀਤੀ ਹੈ। ਕੁਝ ਲੋਕ ਆਪਣੇ ਕਰਕੇ ਮਹਾਨਤਾ ਨਾ ਹੁੰਦੇ ਹੋਏ, ਕੁਝ ਲੋਕ ਆਪਣੇ ਵੱਡੇ ਵਡੇਰਿਆਂ ਦੇ ਸਿਰ ਤੇ ਪੂਰੀ ਉਮਰ ਰੋਟੀ ਖਾਂਦੇ ਨੇ
ਤੇ ਤੀਜੀ ਕੈਟਾਗਰੀ ਦੁਨੀਆ ਵਿੱਚ ਉਹ ਹੁੰਦੀ ਹੈ ਜਿਨ੍ਹਾਂ ਦੀ ਆਉਣ ਵਾਲੀ ਔਲਾਦ ਅੱਗੇ ਜਾ ਕੇ ਮਹਾਨ ਬਣਦੀ ਹੈ। ਜਿਵੇਂ ਅੱਜ ਮੈਂ ਬੈਠਾ, ਤੁਸੀਂ ਸਾਰੇ ਬੈਠੇ ਹੋ, ਤੁਹਾਡੇ ਵਿੱਚੋਂ, ਤੁਹਾਡੀ ਅਗਲੀ ਪੀੜ੍ਹੀ ਵਿੱਚੋਂ ਕੋਈ ਇਹੋ ਜਿਹਾ ਸ਼ਖਸ ਉੱਠੇ ਜਿਹੜਾ ਦੁਨੀਆ ਦੇ ਸਾਹਮਣੇ ਇੱਕ ਆਗੂ ਬਣੇ। ਅਸੀਂ ਬੜੇ ਮਾਣ ਨਾਲ ਛਾਤੀ ਤੇ ਹੱਥ ਠੋਕ ਕੇ ਕਹਿੰਦੇ ਹਾਂ ਇਹ ਸਾਡਾ ਬੱਚਾ ਹੈ, ਸਾਨੂੰ ਮਾਣ ਹੈ। ਤੇ ਤਿੰਨ ਤਰ੍ਹਾਂ ਦੇ ਬੰਦੇ ਦੁਨੀਆ ਦੇ ਵਿੱਚ ਹੁੰਦੇ ਨੇ, ਪਰ ਤੁਸੀਂ ਇਸ ਚੀਜ਼ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਵੱਲ ਕਦੀ ਲਾ ਕੇ ਵੇਖਿਓ। ਉਹਨਾਂ ਦੇ ਪਿਤਾ ਉਹ ਵੀ ਬੜੇ ਮਹਾਨ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਆਪ ਵੀ ਬੜੇ ਮਹਾਨ ਨੇ, ਤੇ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਉਹਨਾਂ ਦੀ ਮਹਾਨਤਾ ਦੀ ਗੱਲ ਕਰੋਗੇ ਤੇ ਤੁਹਾਡੀਆਂ ਕਲਮਾਂ ਥੱਕ ਜਾਣਗੀਆਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਅੱਜ ਤੱਕ ਦੁਨੀਆ ਵਿੱਚ ਕਿਸੇ ਕਵੀ ਕੋਲ ਤੇ ਕਿਸੇ ਲਿਖਾਰੀ ਕੋਲ ਬਿਆਨ ਨਹੀਂ ਕੀਤੀ ਗਈ। ਤਿੰਨੇ ਹੀ ਤਰ੍ਹਾਂ ਦੇ ਬੰਦੇ ਦੁਨੀਆ ਵਿੱਚ ਨੇ, ਇੱਕ ਕੈਟਾਗਰੀ ਕੋਈ ਨਹੀਂ। ਇਹ ਵੀ ਨਹੀਂ ਵੀ ਕੋਈ ਪੁੱਤਰਾਂ ਕਰਕੇ ਮਹਾਨ ਹੈ, ਇਹ ਵੀ ਨਹੀਂ ਕੋਈ ਆਪਣੇ ਕਰਕੇ ਮਹਾਨ ਹੈ, ਇਹ ਵੀ ਨਹੀਂ ਵੀ ਕੋਈ ਆਪਣੇ ਪੂਰਵਜਾਂ ਕਰਕੇ ਮਹਾਨ ਹੈ। ਤਿੰਨੇ ਚੀਜ਼ਾਂ ਤੁਹਾਨੂੰ ਸਿੱਖ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਲੱਭ ਜਾਣਗੀਆਂ। ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੀਏ ਤੇ ਉਹਨਾਂ ਦੀ ਬਾਣੀ ਵਿੱਚ ਉਹਨਾਂ ਨੇ ਇੱਕ ਬੜਾ ਪਿਆਰਾ ਵਾਕ ਰੱਖਿਆ ਹੈ, ਤੀਰਥ। ਜਦੋਂ ਬੰਦਾ ਤੀਰਥਾਂ ਦੀ ਵੈਸੇ ਗੱਲ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਪਣੀ ਮੁਬਾਰਕ ਬਾਣੀ ਵਿੱਚ ਤੀਰਥਾਂ ਬਾਰੇ ਹੋਰ ਵੀ ਬਹੁਤ ਕੁਝ ਬਿਆਨ ਕੀਤਾ ਹੈ। ਪਰ ਜਦੋਂ ਤੀਰਥਾਂ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਰਦੇ ਨੇ, ਕਹਿੰਦੇ ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਤੀਰਥਾਂ ਤੇ ਨਹਾਉਣਾ ਇੱਦਾਂ ਹੈ ਜਿਵੇਂ ਹਾਥੀ ਦਾ ਨਹਾਉਣਾ ਹੈ। ਹਾਥੀ ਨੂੰ ਕਿਸੇ ਬੰਦੇ ਨੇ ਨਵਾਇਆ, ਧਵਾਇਆ, ਉਹਨੂੰ ਸਵਾਰਿਆ, ਨਵਾ ਧਵਾ ਕੇ ਸਵਾਰਨ ਤੋਂ ਬਾਅਦ ਹਾਥੀ ਨੂੰ ਇੱਕ ਜਗ੍ਹਾ ਤੇ ਉਹਨੇ ਖੁੱਲ੍ਹਾ ਛੱਡ ਦਿੱਤਾ। ਉਹੋ ਹੀ ਹਾਥੀ ਹੈ ਜਿਹਨੂੰ ਨਵਾਉਣ ਲੱਗੇ ਮਿਹਨਤ ਕੀਤੀ ਸੀ, ਉਸੇ ਹਾਥੀ ਨੇ ਆਪਣੀ ਸੁੰਡ ਵਿੱਚ ਮਿੱਟੀ ਘੱਟਾ ਭਰ ਕੇ, ਗੰਦਾ ਪਾਣੀ ਭਰ ਕੇ ਤੇ ਆਪਣੀ ਪਿੱਠ ਤੇ ਪਾ ਲਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ ਤੇਰਾ ਤੀਰਥਾਂ ਤੇ ਨਾਤਾ ਵੀ ਇਦਾਂ ਦਾ ਹੀ ਹੈ। ਤੀਰਥਾਂ ਤੇ ਨਹਾ ਕੇ ਆਉਣਾ, ਚੋਰੀਆਂ ਫੇਰ ਕਰੀ ਜਾਣਾ, ਤੀਰਥਾਂ ਤੇ ਨਹਾ ਕੇ ਆਉਣਾ, ਠੱਗੀਆਂ ਫੇਰ ਮਾਰੀ ਜਾਣਾ। ਤੇ ਅੱਜ ਸਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ, ਬੰਦਾ ਦਰਬਾਰ ਸਾਹਿਬ ਜਾਂਦਾ ਇਸ਼ਨਾਨ ਕਰਨ ਵਾਸਤੇ, ਤੇ ਦਰਬਾਰ ਸਾਹਿਬ ਜਾਂਦਾ ਭਾਵੇਂ ਇਸ਼ਨਾਨ ਕਰਨ ਵਾਸਤੇ ਹੈ, ਪਰ ਚੋਰੀ ਦੀ ਬਿਰਤੀ ਉੱਥੇ ਵੀ ਨਾਲ ਲੈ ਕੇ ਜਾਂਦਾ ਹੈ। ਕਈ ਦਰਬਾਰ ਸਾਹਿਬ ਜਾਂਦੇ ਨੇ, ਕਿਸੇ ਦੀਆਂ ਚੱਪਲਾਂ ਚੁੱਕ ਕੇ ਲੈ ਆਉਂਦੇ ਨੇ, ਤੇ ਕਈ ਇਸ਼ਨਾਨ ਕਰਨ ਗਏ ਉੱਥੋਂ ਕਿਸੇ ਦੇ ਕੱਪੜੇ ਚੁੱਕ ਕੇ ਲੈ ਜਾਂਦੇ ਨੇ। ਬੰਦਾ ਤੀਰਥਾਂ ਤੇ ਜਾਂਦਾ ਵੀ ਹੈ ਤੇ ਤੀਰਥਾਂ ਤੇ ਜਾ ਕੇ ਸਾਰਾ ਕੁਝ ਕਰਕੇ ਆਪਣੇ ਮਨ ਦਾ ਗੁਮਾਨ ਛੱਡਣ ਵਾਸਤੇ ਤਾਂ ਵੀ ਬੰਦਾ ਤਿਆਰ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੀਰਥਾਂ ਬਾਰੇ ਗੱਲ ਬੜੀ ਸਪਸ਼ਟ ਆਪਣੀ ਬਾਣੀ ਵਿੱਚ ਲਿਖੀ ਹੈ। ਪਰ ਇਤਿਹਾਸ ਦੋ ਪ੍ਰਕਾਰ ਦੇ ਨਾਲ ਸਾਨੂੰ ਵੇਖਣਾ ਬਣਦਾ ਹੈ। ਇੱਕ ਕਸਵੱਟੀ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ, ਜਿਹੜੀ ਗੱਲ ਬਾਣੀ ਦੇ ਮੁਤਾਬਕ ਖਰੀ ਉਤਰਦੀ ਹੈ ਉਸ ਗੱਲ ਨੂੰ ਅਸੈਪਟ ਕਰਨ ਵਿੱਚ, ਪ੍ਰਵਾਨ ਕਰਨ ਵਿੱਚ ਸਿੱਖ ਨੂੰ ਕੋਈ ਹਰਜ ਨਹੀਂ, ਉਹ ਗੱਲ ਪ੍ਰਵਾਨ ਕੀਤੀ ਜਾ ਸਕਦੀ ਹੈ। ਦੂਜੀ ਇਤਿਹਾਸ ਦੀ ਕਸਵੱਟੀ ਉਹ ਹੈ ਜਦੋਂ ਸਿੱਖ ਨੇ ਇਤਿਹਾਸ ਪੜ੍ਹਨਾ ਹੈ ਤੇ ਇਹ ਵੇਖਣਾ ਹੈ ਵੀ ਇਸ ਇਤਿਹਾਸ ਵਿੱਚ ਕਿਤੇ ਮੇਰੀ ਗੁਰੂ ਦੀ ਸ਼ਖਸੀਅਤ ਦਾਗਦਾਰ ਤਾਂ ਨਹੀਂ ਹੋ ਰਹੀ, ਕਿਤੇ ਮੇਰੇ ਗੁਰੂ ਦੀ ਸ਼ਖਸੀਅਤ ਨੂੰ ਕੋਈ ਰੰਚਕ ਮਾਤਰ ਫਰਕ ਤਾਂ, ਜਿੱਥੇ ਵੀ ਤੁਹਾਨੂੰ ਫਰਕ ਲੱਗਦਾ ਹੈ ਤੁਸੀਂ ਉਸ ਚੀਜ਼ ਨੂੰ ਸੋਚ ਸਕਦੇ ਹੋ ਵੀ ਇਹ ਚੀਜ਼ ਸਾਡੇ ਇਤਿਹਾਸ ਵਿੱਚ ਮਿਲਾਵਟ ਕਰ ਦਿੱਤੀ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ 26 ਸਾਲ 9 ਮਹੀਨੇ ਤੇ 13 ਦਿਨ ਵਾਲੀ ਜਿਹੜੀ ਵਿਡੰਬਣਾ ਉਹ ਪ੍ਰਸਿੱਧ ਹੋਈ ਹੈ ਵੀ ਇੰਨਾ ਲੰਮਾ ਸਮਾਂ ਉਹਨਾਂ ਨੇ ਭੋਰੇ ਵਿੱਚ ਬੈਠ ਕੇ ਤਪ ਕੀਤਾ। ਹੁਣ ਮੈਂ ਹਿਸਟਰੀ ਦੀਆਂ ਇੱਕ ਦੋ ਚੀਜ਼ਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਅੱਜ ਅਸੀਂ ਭਾਈ ਲੱਖੀ ਸ਼ਾਹ ਵਣਜਾਰੇ ਦੇ ਜੀਵਨ ਵੱਲ ਵੀ ਥੋੜ੍ਹਾ ਜਿਹਾ ਝਾਤੀ ਮਾਰਨ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਭਾਈ ਲੱਖੀ ਰਾਏ ਵਣਜਾਰਾ ਹੈ ਨਾ, ਇਹਨਾਂ ਦਾ ਸੰਬੰਧ ਗੁਰੂ ਘਰ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਆ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੰਡਿਤ ਕਿਰਪਾ ਰਾਮ ਦੇ ਕਹਿਣ ਤੇ ਦਿੱਲੀ ਵਾਲੀ ਧਰਤੀ ਨੂੰ ਜਦੋਂ ਰਵਾਨਾ ਹੁੰਦੇ ਨੇ ਤੇ ਮਲਕਪੁਰ ਰੰਗੜਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪੂਰੇ ਭਾਰਤ ਦੇਸ਼ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਇਹ ਢੰਡੋਰਾ ਪਟਵਾਇਆ ਸੀ ਵੀ ਕਸ਼ਮੀਰ ਵਿੱਚੋਂ ਅਸੀਂ ਅੱਜ ਮੁਸਲਮਾਨਾਂ ਨੂੰ ਖਤਮ ਕਰਨ ਜਾ ਰਹੇ ਹਾਂ। ਵੈਸੇ ਸਾਧ ਸੰਗਤ, ਇਹ ਉਹੋ ਹੀ ਖਾਲਸਾ ਪੰਥ ਹੈ। ਕਦੀ ਕਸ਼ਮੀਰ ਦੀ ਧਰਤੀ ਤੇ ਜ਼ੁਲਮ ਹੋਇਆ, ਉੱਥੇ ਬਹੁ ਗਿਣਤੀ ਵਿੱਚ ਇੱਕ ਕੌਮ ਵੱਸਦੀ ਸੀ ਜਿਨ੍ਹਾਂ ਨੂੰ ਹਿੰਦੂ ਕਰਕੇ ਜਾਣਿਆ ਜਾਂਦਾ ਸੀ, ਤੇ ਔਰੰਗਜ਼ੇਬ ਬਾਦਸ਼ਾਹ ਨੇ ਬੜੇ ਸਖਤੀ ਨਾਲ ਉਸ ਥਾਂ ਤੇ ਫਰਮਾਨ ਜਾਰੀ ਕੀਤੇ ਤੇ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨੇਊ ਕਸ਼ਮੀਰ ਦੀ ਧਰਤੀ ਤੇ ਉਤਾਰੇ ਜਾ ਰਹੇ ਸਨ। ਗੁਰੂ ਸਾਹਿਬ ਉੱਥੇ ਜਾਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਜਾ ਕੇ ਪ੍ਰਚਾਰ ਕੀਤਾ, ਗੁਰੂ ਨਾਨਕ ਸਾਹਿਬ ਮਹਾਰਾਜ ਵੀ ਉੱਥੇ ਗਏ। ਗੁਰੂ ਨਾਨਕ ਸਾਹਿਬ ਵੇਲੇ ਤੋਂ ਸਿੱਖੀ ਦਾ ਬੂਟਾ ਕਸ਼ਮੀਰ ਵਿੱਚ ਲੱਗਾ ਹੋਇਆ ਹੈ। ਗੁਰੂ ਨਾਨਕ ਸਾਹਿਬ ਵੇਲੇ ਤੋਂ ਸਿੱਖੀ ਦਾ ਬੂਟਾ ਕਸ਼ਮੀਰ ਦੀ ਧਰਤੀ ਤੇ ਬ੍ਰਹਮਦਾਸ ਦੇ ਰੂਪ ਦੇ ਵਿੱਚ ਲੱਗਿਆ ਹੋਇਆ, ਤੇ ਪੰਡਿਤ ਬ੍ਰਹਮਦਾਸ ਦੀ ਅਗਲੀ ਪੀੜ੍ਹੀ ਜਿਹੜੀ ਹੈ
ਉਹਦੇ ਵਿੱਚੋਂ ਹੀ ਪੰਡਿਤ ਕਿਰਪਾ ਰਾਮ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਉਂਦਾ ਹੈ। ਕਸ਼ਮੀਰੀ ਪੰਡਤਾਂ ਦੇ ਕਹਿਣ ਤੇ ਗੁਰੂ ਸਾਹਿਬ ਉਹਨਾਂ ਦੇ ਨਾਲ ਖੜ ਜਾਂਦੇ ਨੇ। ਅੱਜ ਵੀ ਕਸ਼ਮੀਰ ਦੀ ਧਰਤੀ ਤੇ ਜ਼ੁਲਮ ਹੋ ਰਿਹਾ ਹੈ, ਸਿਤਮ ਢਾਇਆ ਜਾ ਰਿਹਾ। ਤੁਸੀਂ ਪੰਜਾਬ ਦੀ ਜਦੋਂ ਥੋੜ੍ਹਾ ਜਿਹਾ 2-3 ਦਹਾਕੇ ਪਿੱਛੇ ਨੂੰ ਜਾਓਗੇ, ਜੂਨ 1984 ਤੋਂ ਜਿਹੜਾ ਇੱਧਰਲਾ ਦੌਰ ਆਉਂਦਾ 85-86 ਵਾਲਾ, ਉਹਦੇ ਵਿੱਚ ਪੰਜਾਬ ਦੀ ਅਣਗਿਣਤ ਨੌਜਵਾਨੀ ਦਾ ਘਾਣ ਕੀਤਾ ਗਿਆ। ਸਰਦਾਰ ਜਸਵੰਤ ਸਿੰਘ ਖਾਲੜਾ ਪਿੰਡ ਦੇ ਹੋਏ ਨੇ। ਉਹਨਾਂ ਨੇ ਕੇਵਲ 3 ਤਹਿਸੀਲਾਂ ਦੇ ਵਿੱਚੋਂ ਮਜੀਠਾ, ਤਰਨਤਾਰਨ ਤੇ ਅੰਮ੍ਰਿਤਸਰ, ਇਹਨਾਂ 3 ਥਾਵਾਂ ਤੋਂ ਲਗਭਗ 25,000 ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਤੇ ਉਹਨਾਂ ਦੇ ਬਾਰੇ ਤਫਸੀਲ ਕੀਤਾ, ਜਿਨ੍ਹਾਂ ਨੂੰ ਲਵਾਰਸ ਕਹਿ ਕੇ ਇਸ ਦੇਸ਼ ਦੀ ਹਕੂਮਤ ਨੇ ਸਾੜਿਆ ਸੀ। ਇਹ ਉਹੀ ਖਾਲਸਾ ਪੰਥ ਹੈ। ਕਦੀ ਇਹਨਾਂ ਦੇ ਕੋਲ ਕਸ਼ਮੀਰ ਦੇ ਪੰਡਿਤ ਫਰਿਆਦੀ ਹੋ ਕੇ ਆਉਂਦੇ ਨੇ, ਸਾਡੀ ਰੱਖਿਆ ਕਰੋ, ਤੇ ਅੱਜ ਉਸੇ ਭਾਰਤ ਦੇਸ਼ ਦੀ ਹਕੂਮਤ ਅੱਜ ਵੀ ਸਿੱਖਾਂ ਤੇ ਜ਼ਬਰ ਤੇ ਜ਼ੁਲਮ ਢਾ ਰਹੀ ਹੈ। ਤੇ ਜਦੋਂ ਤੁਸੀਂ ਹੁਣ ਕਸ਼ਮੀਰ ਦਾ ਬਿਰਤਾਂਤ ਪੜ੍ਹੋਗੇ, ਜਦੋਂ ਉਸ 'ਤੇ 370 ਧਾਰਾ ਨੂੰ ਖਤਮ ਕੀਤਾ ਗਿਆ, ਪੂਰੇ ਦੇਸ਼ ਵਿੱਚ ਇੱਕ ਇੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਵੀ ਇੱਥੇ ਰਹਿਣ ਵਾਲੇ ਲੋਕ ਅੱਤਵਾਦੀ ਨੇ, ਇੱਥੇ ਰਹਿਣ ਵਾਲੇ ਲੋਕ ਵੱਖਵਾਦੀ ਨੇ, ਇਹਨਾਂ ਨੂੰ ਮਾਰਿਆ ਜਾਏ, ਇਹਨਾਂ ਨੂੰ ਕੁੱਟਿਆ ਜਾਏ। ਪਰ ਕੱਲੀ ਭਾਰਤ ਵਿੱਚੋਂ ਪੰਜਾਬ ਹੀ ਇੱਕ ਅਜਿਹੀ ਸਟੇਟ ਹੈ ਜਿਹੜੇ ਕਸ਼ਮੀਰੀਆਂ ਦੇ ਹੱਕ ਵਿੱਚ ਖਲੋ ਗਏ ਸਨ। ਇੱਥੋਂ ਤੱਕ ਬੜੇ ਬੜੇ ਮੰਤਰੀਆਂ ਨੇ ਵੀ ਆਪਣੀ ਜ਼ੁਬਾਨ ਤੋਂ ਬਿਆਨ ਦਿੱਤੇ ਵੀ ਕਸ਼ਮੀਰ ਦੇ ਵਿੱਚ ਹੁਣ ਸਾਡੇ ਨੌਜਵਾਨ ਜਾ ਕੇ ਵਿਆਹ ਕਰਵਾ ਸਕਦੇ ਨੇ। ਪਹਿਲਾਂ ਵਿਆਹ ਕਰਵਾਉਣ ਤੇ ਪਾਬੰਦੀ ਸੀ 370 ਧਾਰਾ ਕਰਕੇ। ਉਹਨਾਂ ਨੇ ਬਿਆਨ ਦਿੱਤੇ ਵੀ ਹੁਣ ਕਸ਼ਮੀਰ ਦੀਆਂ ਲੜਕੀਆਂ ਸਾਡੇ ਨੌਜਵਾਨਾਂ ਨਾਲ ਇਸ ਧਰਤੀ ਤੇ ਆਣ ਕੇ ਵਿਆਹ ਨਿਕਾਹ ਕਰਵਾ ਸਕਣਗੀਆਂ। ਇਹ ਆਪਣੇ ਆਪ ਦੇ ਵਿੱਚ ਬੜੀ ਹਾਸੋਹੀਣੀ ਗੱਲ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਿੱਖ ਅੱਜ ਵੀ ਉਹਨਾਂ ਲੋਕਾਂ ਦੇ ਹੱਕ ਵਿੱਚ ਖਲੋਤੇ ਨੇ। ਕਸ਼ਮੀਰ ਦੇ ਵਿੱਚ ਜਿਹੜੀਆਂ ਲੜਕੀਆਂ ਆਪਣੇ ਘਰ ਤੋਂ ਬੜੇ ਦਿਨਾਂ ਤੋਂ ਦੂਰ ਸਨ, ਉਹਨਾਂ ਨੇ ਆਪਣੇ ਕੋਲੋਂ ਪੈਸਾ ਖਰਚ ਕੇ ਉਸ ਕਸ਼ਮੀਰ ਦੀ ਧਰਤੀ ਤੇ ਉਹਨਾਂ ਧੀਆਂ ਨੂੰ ਮਹਿਫੂਜ਼ ਪਹੁੰਚਾਇਆ। ਇਹ ਸਾਡੇ ਇਤਿਹਾਸ ਦਾ, ਹਿਸਟਰੀ ਦਾ ਇੱਕ ਬੜਾ ਪਿਆਰਾ ਪੱਖ ਹੈ, ਪਰ ਸਾਨੂੰ ਇਹਨਾਂ ਚੀਜ਼ਾਂ ਬਾਰੇ ਘੱਟ ਦੱਸਿਆ ਜਾਂਦਾ ਹੈ। ਅਸੀਂ ਵੀ ਬਹੁਤਾ ਰਾਜਨੀਤਿਕ ਝਮੇਲਿਆਂ ਵਿੱਚ ਉਲਝ ਕੇ ਅਸੀਂ ਵੀ ਸੱਤਾਧਾਰੀਆਂ ਦੇ ਮਗਰ ਲਾ ਕੇ ਇੱਕ ਦੂਜੇ ਨਾਲ ਮਰਨ ਮਰਾਉਣ ਵਾਸਤੇ ਬੜੀ ਛੇਤੀ ਤਿਆਰ ਹੋ ਜਾਂਦੇ ਹਾਂ। ਸੋ ਖੈਰ, ਕਸ਼ਮੀਰੀ ਪੰਡਤਾਂ ਦਾ ਵਫਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆਉਂਦਾ ਹੈ। ਮਹਾਰਾਜ ਉਹਨਾਂ ਦੇ ਕਹਿਣ ਤੇ ਦਿੱਲੀ ਵਾਲੀ ਧਰਤੀ ਨੂੰ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਪਾਇਆ ਜਾਂਦਾ ਹੈ। ਉਹਨਾਂ ਦੇ ਸਾਹਮਣੇ ਉਹਨਾਂ ਦੇ 3 ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਦੀ ਵਾਰੀ ਆਉਂਦੀ ਹੈ। ਜਲਾਦ ਜਲਾਲੂਦੀਨ, ਉਹਦੇ ਹੱਥ ਵਿੱਚ ਫੜੀ ਹੋਈ ਤਲਵਾਰ, ਉਹਨੇ ਆਪਣੀ ਤਲਵਾਰ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਮਗਰੇ ਇਹ ਫਰਮਾਨ ਜਾਰੀ ਕਰ ਦਿੱਤਾ ਵੀ ਇਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਦਿੱਲੀ ਸ਼ਹਿਰ ਦੇ 4 ਦਰਵਾਜ਼ਿਆਂ ਤੇ ਟੰਗ ਦਿੱਤੇ ਜਾਣ। 4 ਟੁਕੜੇ ਸਰੀਰ ਦੇ ਕਰਕੇ ਦਿੱਲੀ ਦਰਵਾਜ਼ੇ ਦੇ 4 ਪਾਸੇ ਟੰਗ ਦਿੱਤੇ ਜਾਣ। ਜਿੱਥੇ ਵੀ ਕਿਤੇ ਇੱਕ ਲਾਹੌਰੀ ਦਰਵਾਜ਼ਾ ਸੀ, ਇੱਕ ਕਸ਼ਮੀਰੀ ਦਰਵਾਜ਼ਾ ਸੀ, ਇਹਨਾਂ ਵੱਲੋਂ ਟੰਗ ਦਿੱਤੇ ਜਾਣ, ਕਿਉਂਕਿ ਲੋਕਾਂ ਦੀ ਨਜ਼ਰ ਵਿੱਚ ਇਹ ਜਾਵੇ ਵੀ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬਗਾਵਤ ਖੜੀ ਕਰੇਗਾ, ਉਸ ਬੰਦੇ ਨੂੰ ਇਦਾਂ ਦੀ ਸਜ਼ਾ ਦਿੱਤੀ ਜਾਏਗੀ। ਕੁਝ ਗੁਰੂ ਕੇ ਸਿੱਖ ਉਸ ਦਿੱਲੀ ਦੀ ਧਰਤੀ ਤੇ ਰਹਿੰਦੇ ਸਨ, ਜਿਨ੍ਹਾਂ ਦੇ ਵਿੱਚ ਭਾਈ ਲੱਖੀ ਰਾਏ ਵਣਜਾਰਾ ਜਿਹੜਾ ਹੈ, ਭਾਈ ਲੱਖੀ ਸ਼ਾਹ ਵਣਜਾਰਾ ਵੀ ਉਹਦਾ ਜਿਹੜਾ ਨਾਮ ਸਾਡੇ ਇਤਿਹਾਸ ਵਿੱਚ ਮਿਲਦਾ ਹੈ, ਉਹ ਆਪਣਾ ਗੱਡਿਆਂ ਦਾ ਟਾਂਡਾ ਲੈ ਕੇ ਉੱਥੇ ਆਇਆ ਸੀ। ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਨਾਨੂ, ਭਾਈ ਤੁਲਸੀਦਾਸ ਤੇ ਭਾਈ ਉਦਾ, ਇਹ 4 ਗੁਰੂ ਕੇ ਸਿੱਖ ਨੇ ਜਿਹੜੇ ਦਿੱਲੀ ਦੀ ਧਰਤੀ ਤੇ ਰਹਿ ਰਹੇ ਨੇ ਤੇ ਆਏ ਇਹ ਵੀ ਪੰਜਾਬ ਦੀ ਧਰਤੀ ਤੋਂ ਗੁਰੂ ਸਾਹਿਬ ਦੇ ਨਾਲ ਹੀ ਸਨ। ਦਿੱਲੀ ਦੀ ਧਰਤੀ ਤੇ ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਵੀ ਰਾਤ ਦਾ ਸਮਾਂ ਹੈ, ਹਨੇਰੀ ਰਾਤ ਹੈ, ਕਿਉਂ ਨਾ ਗੁਰੂ ਸਾਹਿਬ ਦੇ ਇਸ ਸੀਸ ਨੂੰ ਇੱਥੋਂ ਚੁੱਕ ਕੇ, ਇਸ ਧੜ ਨੂੰ ਇੱਥੋਂ ਚੁੱਕ ਕੇ ਤੇ ਅਸੀਂ ਇਹਨਾਂ ਦਾ ਸੰਸਕਾਰ ਕਰ ਦਈਏ। ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਤੇ ਭਾਈ ਉਦਾ ਜੀ ਨੇ ਚੁੱਕਿਆ ਰਾਤ ਦੇ ਹਨੇਰੇ ਵਿੱਚ। ਤੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਕੰਮ ਸੀ ਟਾਂਡੇ ਦਾ। ਟਾਂਡੇ ਦਾ ਮਤਲਬ ਹੁੰਦਾ ਹੈ ਵੀ ਇੱਕ ਜਗ੍ਹਾ ਤੋਂ ਸਮਾਨ ਨੂੰ ਚੁੱਕਣਾ ਤੇ ਦੂਜੀ ਜਗ੍ਹਾ ਤੇ ਸਮਾਨ ਨੂੰ ਲੈ ਕੇ ਜਾਣਾ। ਜਮਨਾ ਦੇ ਪਾਰ ਤੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਟਾਂਡਾ ਉਤਰਿਆ ਹੋਇਆ ਸੀ। ਰਾਤ ਦਾ ਹਨੇਰਾ ਹੁੰਦਾ ਹੈ। ਭਾਈ ਜੈਤਾ ਜੀ ਵੀ ਉੱਥੇ ਆਉਂਦੇ ਨੇ। ਜਦੋਂ ਬਹੁਤ ਸਾਰੇ ਗੱਡੇ ਬਲਦਾਂ ਵਾਲੇ ਇਕੱਠੇ ਹੋ ਜਾਣ ਤੇ ਉੱਥੇ ਜਿਹੜਾ ਹਨੇਰ ਦਾ ਗੁਬਾਰ ਹੈ ਉਹ ਖੜਾ ਹੋ ਜਾਂਦਾ ਹੈ। ਉੱਥੇ ਗੱਡੇ ਆਉਣ ਤੇ ਰਾਤ ਨੂੰ ਹਨੇਰ ਦਾ ਗੁਬਾਰ ਖੜਾ ਹੋ ਗਿਆ। ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਚੁੱਕਿਆ ਤੇ ਸੀਸ ਚੁੱਕ ਕੇ ਪੰਜਾਬ ਵਾਲੀ ਧਰਤੀ ਨੂੰ ਰਵਾਨਾ ਹੋ ਗਏ। ਉਸ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਰਾਤ ਦੇ ਹਨੇਰੇ ਦੇ ਵਿੱਚ, ਜਦੋਂ ਦਿਨ ਰਾਤ ਦਾ ਆਖਰੀ ਪਹਿਰ ਹੈ, ਜਦੋਂ ਸਾਰੇ ਸਿਪਾਹੀ, ਸਾਰੇ ਅਹਿਲਕਾਰ ਸੁੱਤੇ ਹੋਏ ਨੇ। ਵੈਸੇ ਸਵੇਰ ਦਾ ਵੇਲਾ ਇੱਕ ਇਹੋ ਜਿਹਾ ਵੇਲਾ ਹੁੰਦਾ ਜਦੋਂ ਬੰਦੇ ਨੂੰ ਨੀਂਦ ਵੀ ਜ਼ਿਆਦਾ ਆਉਂਦੀ ਹੈ। ਤੁਸੀਂ ਕਦੀ ਵੇਖੋ ਜਿਹੜਾ ਬੰਦਾ ਬਿਮਾਰ ਹੈ ਨਾ, ਬਿਮਾਰ ਬੰਦੇ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ,
ਪਰ ਜਦੋਂ ਸਵੇਰ ਦਾ ਵਕਤ ਆਉਂਦਾ ਬਿਮਾਰ ਬੰਦਾ ਵੀ ਸੌਂ ਜਾਂਦਾ ਹੈ। ਉਹ ਵੇਲਾ ਇਹੋ ਜਿਹਾ ਹੁੰਦਾ ਹੈ, ਸਾਰੇ ਸਿਪਾਹੀ ਸੁੱਤੇ ਹੋਏ ਨੇ ਤੇ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਟਾਂਡੇ ਦੇ ਸਮੇਤ ਆਉਂਦਾ ਹੈ ਤੇ ਗੁਰੂ ਸਾਹਿਬ ਦੇ ਉਸ ਧੜ ਨੂੰ ਚੁੱਕ ਕੇ ਆਪਣੇ ਘਰ ਵਿੱਚ ਲੈ ਜਾਂਦਾ ਹੈ। ਹੁਣ ਰਾਤ ਨੂੰ ਉਹਨਾਂ ਨੇ ਇਹ ਸਾਰਾ ਕਾਰਨਾਮਾ ਜਿਹੜਾ ਦਿੱਲੀ ਦੀ ਧਰਤੀ ਤੇ ਵਾਪਰਿਆ, ਹਕੂਮਤ ਦੀ ਨਜ਼ਰ ਦੇ ਵਿੱਚ ਆਪਣੇ ਆਪ ਦੇ ਵਿੱਚ ਬਾਗੀ ਹੋਣ ਵਾਲੀ ਗੱਲ ਹੈ। ਬੜੇ ਲੰਮੇ ਸਮੇਂ ਤੋਂ ਆਸੇ-ਪਾਸੇ ਸਮਾਨ ਦੀ ਢੋਆ ਢਵਾਈ ਤੋਂ ਬਾਅਦ ਅੱਜ ਭਾਈ ਲੱਖੀ ਰਾਏ ਵਣਜਾਰੇ ਨੇ ਆਪਣੇ ਘਰ ਵਿੱਚ ਆਉਣਾ ਸੀ, ਪਰ ਸਾਹਮਣੇ ਇਹੋ ਜਿਹਾ ਕੌਤਕ ਵਾਪਰਿਆ। ਉਹਨਾਂ ਨੇ ਗੁਰੂ ਸਾਹਿਬ ਦੇ ਧੜ ਨੂੰ ਚੁੱਕਿਆ ਤੇ ਆਪਣੇ ਘਰ ਵਿੱਚ ਲੈ ਗਏ। ਜਦੋਂ ਰਾਤ ਨੂੰ ਆਪਣੇ ਘਰ ਵਿੱਚ ਗਏ ਤੇ ਦਿਨ ਦਾ ਰਾਤ ਦਾ ਜਦੋਂ ਆਖਰੀ ਪਹਿਰ ਸੀ, ਉਦੋਂ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਅੱਗ ਲਾਉਣ ਦਾ ਕੇਵਲ ਇੱਕੋ ਹੀ ਮਕਸਦ ਸੀ ਵੀ ਮੁਗਲ ਹਕੂਮਤ ਨੂੰ ਇਹ ਪਤਾ ਨਾ ਲੱਗ ਸਕੇ ਵੀ ਗੁਰੂ ਸਾਹਿਬ ਦਾ ਸੰਸਕਾਰ ਕਿਸ ਜਗ੍ਹਾ ਤੇ ਕੀਤਾ ਗਿਆ। ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਮੁਗਲਿਆ ਹਕੂਮਤ ਨੇ ਉੱਥੇ ਰਹਿ ਰਹੇ ਸਿੱਖਾਂ ਤੇ ਬੜਾ ਵੱਡਾ ਜ਼ੁਲਮ ਕਰਨਾ ਸੀ। ਜਿਹੜੀ ਉਹ ਜਗ੍ਹਾ ਹੈ ਅੱਜ ਵੀ, ਜਿਸ ਥਾਂ ਤੇ ਪਾਰਲੀਮੈਂਟ ਬਣੀ ਹੋਈ ਹੈ ਭਾਰਤ ਦੀ, ਜਿਸ ਥਾਂ ਤੇ ਇਸ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋ ਕੇ ਤੇ ਮੁੱਦਿਆਂ ਦੇ ਵਿਚਾਰ ਕਰਦੀਆਂ ਨੇ, ਉਹ ਜਗ੍ਹਾ ਜਿਹੜੀ ਸੀ ਭਾਈ ਲੱਖੀ ਰਾਏ ਵਣਜਾਰੇ ਦੇ ਪਰਿਵਾਰ ਦੀ ਸੀ। ਉਸ ਜਗ੍ਹਾ ਦਾ ਪਹਿਲਾ ਨਾਮ ਇਤਿਹਾਸ ਵਿੱਚ ਆਉਂਦਾ ਰਾਏ ਸੀਨਾ। ਭਾਈ ਲੱਖੀ ਰਾਏ ਵਣਜਾਰੇ ਦੇ ਵਡੇਰਿਆਂ ਨੇ ਉਸ ਜਗ੍ਹਾ ਨੂੰ ਮੁੱਲ ਖਰੀਦਿਆ। ਉਸ ਵਕਤ ਦਿੱਲੀ ਦੀ ਧਰਤੀ ਤੇ ਉਹ ਇੱਕ ਪਿੰਡ ਹੈ, ਅੱਜ ਉਹਨੂੰ ਦਿੱਲੀ ਸ਼ਹਿਰ ਵਧਣ ਕਰਕੇ ਅੱਜ ਉਹਦੇ ਵਿੱਚ ਉਹ ਜਜ਼ਬ ਹੋ ਗਿਆ ਹੈ। ਜਿਹੜਾ ਰਾਏ ਸੀਨਾ ਪਿੰਡ ਸੀ, ਉਸ ਰਾਏ ਸੀਨਾ ਪਿੰਡ ਦੀ ਬਹੁਤੀ ਜਿਹੜੀ ਮਲਕੀਅਤ ਸੀ ਭਾਈ ਲੱਖੀ ਰਾਏ ਵਣਜਾਰੇ ਦੇ ਬਜ਼ੁਰਗਾਂ ਨੇ ਖਰੀਦੀ ਸੀ ਤੇ ਉਹ ਜਗ੍ਹਾ ਭਾਈ ਲੱਖੀ ਰਾਏ ਦੀ ਸੀ। ਜਦੋਂ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾਈ ਤੇ ਮੁਗਲਿਆ ਹਕੂਮਤ ਨੂੰ ਇਸ ਗੱਲ ਦਾ ਪਤਾ ਨਾ ਲੱਗ ਸਕਿਆ ਵੀ ਗੁਰੂ ਸਾਹਿਬ ਦਾ ਸੰਸਕਾਰ ਕਿੱਥੇ ਕੀਤਾ ਹੈ ਜਾਂ ਉਹਨਾਂ ਦਾ ਧੜ ਕਿੱਥੇ ਗਿਆ ਹੈ। ਇੱਕ ਬੇਨਤੀ ਇੱਥੇ ਹੋਰ ਕਰਦੇ ਹਾਂ, ਦੁਨੀਆ ਦੇ ਲੋਕ ਜਦੋਂ ਆਪਣੇ ਘਰ ਆਉਂਦੇ ਨੇ ਤੇ ਘਰ ਆਉਣ ਦਾ ਮਕਸਦ ਹੁੰਦਾ ਵੀ ਘਰ ਆਣ ਕੇ ਚਾਰ ਪਹਿਰ ਜਿਹੜੇ ਨੇ ਉਹ ਸੁੱਖ ਦੇ ਬਤੀਤ ਕੀਤੇ ਜਾਣ। ਬੰਦਾ ਕੰਮਕਾਰ ਤੋਂ ਕਿਤੇ ਬਾਹਰੋਂ ਥੱਕਿਆ ਟੁੱਟਿਆ ਆਵੇ ਤੇ ਘਰ ਆਣ ਕੇ ਇਹ ਸੋਚਦਾ ਵੀ ਮੰਜੇ ਨਾਲ ਲੱਕ ਲਾ ਕੇ ਚੱਲ 4 ਘੜੀਆਂ ਆਰਾਮ ਕਰ ਲਿਆ ਜਾਏ, ਪਰ ਭਾਈ ਲੱਖੀ ਰਾਏ ਵਣਜਾਰੇ ਨੇ ਇਦਾਂ ਨਹੀਂ ਕੀਤਾ। ਦੁਨੀਆ ਦੇ ਵਿੱਚ ਕਿੰਨੇ ਲੋਕ ਅੱਜ ਠੱਗੀਆਂ ਮਾਰਦੇ ਨੇ ਇੱਕ ਦੂਜੇ ਨਾਲ, ਭਰਾਵਾਂ ਨਾਲ ਠੱਗੀਆਂ ਮਾਰਦਾ, ਭੈਣ ਭਰਾ ਦੀਆਂ ਲੜਾਈਆਂ ਜਾਇਦਾਦ ਪਿੱਛੇ ਹੁੰਦੀਆਂ ਨੇ ਤੇ ਕਈ ਵਾਰੀ ਪਿਓ ਪੁੱਤਰ ਵੀ ਜ਼ਮੀਨਾਂ ਜਾਇਦਾਦਾਂ ਪਿੱਛੇ ਲੜਦੇ ਨੇ। ਮਕਸਦ ਉਹਦੇ ਵਿੱਚ ਇੱਕੋ ਹੀ ਹੁੰਦਾ ਹੈ ਵੀ ਮੇਰਾ ਘਰ ਪੂਰਾ ਹੋ ਜਾਏ, ਮੇਰੇ ਘਰ 'ਚ 4 ਦਾਣੇ ਆ ਜਾਣ, ਮੈਂ ਆਪਣੇ ਘਰ ਵਿੱਚ 4 ਛਿੱਲੜ ਇਕੱਠੇ ਕਰ ਲਾਂ। ਹਰ ਇੱਕ ਬੰਦੇ ਦਾ ਕੇਵਲ ਦੁਨੀਆ ਵਿੱਚ ਧਨ ਕਮਾਉਣ ਦਾ ਇੱਕੋ ਹੀ ਮਕਸਦ ਹੈ ਵੀ ਮੇਰਾ ਘਰ ਵਧੀਆ ਬਣ ਜਾਏ। ਪਰ ਤੁਸੀਂ ਵੇਖੋ ਭਾਈ ਲੱਖੀ ਰਾਏ ਵਣਜਾਰੇ ਦਾ ਮਕਸਦ, ਉਹਦੇ ਪਿੱਛੇ ਉਹਦਾ ਕੋਈ ਨਿੱਜੀ ਸਵਾਰਥ ਨਹੀਂ, ਉਹਦੇ ਪਿੱਛੇ ਉਹਦੀ ਕੋਈ ਆਪਣੀ ਭਾਵਨਾ ਨਹੀਂ, ਉਹਦੇ ਪਿੱਛੇ ਉਹਨੇ ਨਿਜਤਾ ਨੂੰ ਲੈ ਕੇ ਕੋਈ ਕੰਮ ਨਹੀਂ ਕੀਤਾ। ਭਾਈ ਲੱਖੀ ਰਾਏ ਵਣਜਾਰਾ ਆਪਣੇ ਘਰ ਨੂੰ ਸਾੜ ਵੀ ਰਿਹਾ ਹੈ ਤੇ ਉਹਦੇ ਪਿੱਛੇ ਵੀ ਉਹਨੂੰ ਆਪਣੇ ਗੁਰੂ ਦਾ ਅਕੀਦਾ ਨਜ਼ਰ ਆਉਂਦਾ ਹੈ। ਦੁਨੀਆ ਦੇ ਲੋਕ ਆਪਣੇ ਘਰ ਵਾਸਤੇ ਕੀ ਕੁਝ ਨਹੀਂ ਕਰਦੇ। ਇੱਥੋਂ ਤੱਕ ਬੰਦਾ ਭਾਵੇਂ ਕਿੱਡਾ ਵੱਡਾ ਮਰਜ਼ੀ ਦੁਨੀਆ ਦਾ ਨੇਤਾ ਬਣ ਜਾਵੇ ਤਾਂ ਵੀ ਆਪਣੇ ਘਰ ਨੂੰ ਪੂਰਨ ਵਾਸਤੇ ਬੰਦਾ ਦਿਨ ਰਾਤ ਇੱਕ ਕਰਕੇ ਠੱਗੀਆਂ ਮਾਰਦਾ ਹੈ, ਦਿਨ ਰਾਤ ਇੱਕ ਕਰਕੇ ਬੰਦਾ ਮਿਹਨਤ ਕਰਦਾ ਹੈ। ਕਾਹਦੀ ਖਾਤਰ ਕਰਦਾ ਹੈ? ਆਪਣੇ ਘਰ ਦੀ ਖਾਤਰ, ਵੀ ਮੇਰਾ ਘਰ ਪੂਰਾ ਹੋ ਜਾਏ, ਮੈਂ ਆਪਣੇ ਘਰ ਨੂੰ ਪੂਰਾ ਕਰ ਲਵਾਂ। ਪਰ ਭਾਈ ਲੱਖੀ ਰਾਏ ਵਣਜਾਰੇ ਨੇ ਆਪਣੇ ਘਰ ਦੀ ਪਰਵਾਹ ਨਾ ਕਰਕੇ, ਦੁਨੀਆ ਵਿੱਚ ਪਹਿਲਾ ਸ਼ਖਸ ਤੁਹਾਨੂੰ ਭਾਈ ਲੱਖੀ ਰਾਏ ਵਣਜਾਰਾ ਮਿਲੇਗਾ ਜਿਹਨੇ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਸਾਹਿਬ ਦਾ ਜਿਹੜਾ ਸੰਸਕਾਰ ਕੀਤਾ ਤੇ ਏਡਾ ਵੱਡਾ ਅਕੀਦਾ ਭਾਈ ਲੱਖੀ ਰਾਏ ਵਣਜਾਰੇ ਦਾ ਜਿਹਨੇ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਇੱਕ ਪੰਥ ਵਾਸਤੇ ਕੁਰਬਾਨੀ ਕੀਤੀ। ਇਹ ਮਿਸਾਲ ਹੈ ਸਾਡੇ ਇਤਿਹਾਸ ਦੀ। ਦੁਨੀਆ ਤੇ ਬੜੇ ਲੋਕ ਆਏ ਨੇ, ਬੜੇ ਲੋਕ ਇਸ ਥਾਂ ਤੋਂ ਤੁਰ ਜਾਂਦੇ ਨੇ। ਜਿਹੜੀ ਉਹ ਜ਼ਮੀਨ ਹੈ, ਉਸ ਜ਼ਮੀਨ ਦੇ ਵਾਰਸ ਭਾਈ ਲੱਖੀ ਰਾਏ ਦੇ ਜਿਹੜੇ ਵਡੇਰੇ ਸਨ ਉਹ ਸਨ। ਅੱਜ ਤੁਸੀਂ ਵੇਖੋ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੈ ਜਿੱਥੇ ਭਾਈ ਲੱਖੀ ਰਾਏ ਵਣਜਾਰੇ ਦਾ ਘਰ ਸੀ। ਉਸੇ ਗੁਰਦੁਆਰਾ ਰਕਾਬਗੰਜ ਦੇ ਆਸੇ-ਪਾਸੇ ਤੁਸੀਂ ਕਿਸੇ ਰੋਡ ਤੇ ਵੇਖ ਲਓ, ਕਿਸੇ ਸਕੂਲ ਦਾ ਨਾਮ ਵੇਖ ਲਓ, ਕਿਸੇ ਵੀ ਜਗ੍ਹਾ ਦਾ ਨਾਮ ਭਾਈ ਲੱਖੀ ਰਾਏ ਵਣਜਾਰੇ ਤੇ ਤੁਹਾਨੂੰ ਨਹੀਂ ਮਿਲੇਗਾ। ਸਿਰਫ ਉਹ ਤੇ ਇੱਕ ਦੀਵਾਨ ਹਾਲ ਹੈ ਦਿੱਲੀ ਦੀ ਧਰਤੀ ਤੇ, ਉਸੇ ਦੀਵਾਨ ਹਾਲ ਦਾ ਨਾਮ ਭਾਈ ਲੱਖੀ ਰਾਏ ਵਣਜਾਰੇ ਤੇ ਰੱਖਿਆ ਹੋਇਆ। ਤੁਹਾਨੂੰ ਕਿਸੇ ਰੋਡ ਦਾ ਨਾਮ ਨਹੀਂ ਲੱਭੇਗਾ, ਤੁਹਾਨੂੰ ਕਿਸੇ ਥਾਂ ਦਾ ਨਾਮ ਨਹੀਂ ਲੱਭੇਗਾ, ਤੁਹਾਨੂੰ ਕਿਸੇ ਗਲੀ ਦਾ ਨਾਮ ਨਹੀਂ ਲੱਭੇਗਾ, ਤੁਹਾਨੂੰ ਕਿਸੇ ਮਹੱਲੇ ਦਾ ਨਾਮ ਨਹੀਂ ਲੱਭੇਗਾ। ਜਦੋਂ ਇਸ ਦੇਸ਼ ਵਿੱਚ ਅੰਗਰੇਜ਼ ਹਕੂਮਤ ਨੇ ਆਪਣਾ ਕਬਜ਼ਾ ਕੀਤਾ ਤੇ 1913 ਦੇ ਵਿੱਚ ਉਹਨਾਂ ਨੇ ਜਦੋਂ ਦੇਸ਼ ਦੀ ਪਾਰਲੀਮੈਂਟ ਤਿਆਰ ਕਰਨੀ ਸੀ, ਅੰਗਰੇਜ਼ਾਂ ਨੇ ਦਿੱਲੀ ਨੂੰ ਰਾਜਧਾਨੀ ਬਣਾਇਆ ਸੀ। ਉਸ ਤੋਂ ਪਹਿਲਾਂ ਰਾਜਧਾਨੀ ਕੁਝ ਸਮਾਂ ਕਲਕੱਤਾ ਰਹੀ ਤੇ ਕਲਕੱਤੇ ਤੋਂ ਬਾਅਦ ਰਾਜਧਾਨੀ ਜਿਹੜੀ ਹੈ ਉਹ ਦਿੱਲੀ ਅੰਗਰੇਜ਼ਾਂ ਨੇ ਅਖਤਿਆਰ ਕੀਤੀ। 1913 ਦਾ ਵਕਤ ਹੈ। 1913 ਵਿੱਚ ਅੰਗਰੇਜ਼ ਸਰਕਾਰ ਨੇ ਜਦੋਂ ਦਿੱਲੀ ਨੂੰ ਰਾਜਧਾਨੀ ਬਣਾਇਆ ਤੇ ਉਹਨਾਂ ਨੇ
उस गुरुद्वारा साहब की दीवार नूं ढाउण वास्ते एक मता पास किया भी इस दीवार नूं ढा के गुरुद्वारे की चार दीवारी नूं छोटा कर दिता जाए तो इस जगह तो एक सड़क बनाई जाएगी जिहड़ी सीधी पार्लीमेंट नूं जाएगी। 1914 ਦੇ ਵਿੱਚ 13 जनवरी ਨੂੰ ਸਿੱਖਾਂ ਨੇ ਉਸ ਧਰਤੀ ਤੇ ਇੱਕ ਬਹੁਤ ਵੱਡਾ ਜਹਾਦ ਖੜਾ ਕੀਤਾ। ਸਿੱਖਾਂ ਨੇ 1913 ਦੇ ਵਿੱਚ ਉਸ ਧਰਤੀ ਤੇ ਮੋਰਚਾ ਲਾਇਆ ਵੀ ਇਹ ਸਾਡੇ ਗੁਰੂ ਦਾ ਅਕੀਦਾ ਹੈ, ਇਹ ਸਾਡੇ ਗੁਰੂ ਨਾਲ जुड़ी हुई वो इतिहासक जगह है जिस जगह ते गुरु साहब का संस्कार किया गया सी। असी इस जगह को ढाउण नहीं देना। ये साडे सिख पंथ की वडियाई है। पर अज भी देश विच सरकारां सिखां नाल धक्का करदियां आईयां ने, वो तो पहलां भी धक्का हुंदा आया सी ते वर्तमान समय दे विच बहुत कुछ इहो जिहा साडे सामने पिया है जिहड़ा सानूं समझण दी लोड़ है। अज दी तुसीं राजनीति दा हाल वेखो ते इत्थे नस्लां दे वितकरे कीते जांदे ने, ਇੱਥੇ ਧਰਮਾਂ ਦੇ ਨਾਂ ਤੇ ਕਾਣੀ ਵੰਡ ਕੀਤੀ ਜਾਂਦੀ ਹੈ, ਇੱਥੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ ਹੈ, ਇੱਥੇ ਜਾਤ ਪਾਤ ਦੇ ਨਾਂ ਤੇ ਆਏ ਦਿਨ ਦੰਗੇ ਭੜਕਾਏ ਜਾਂਦੇ ਨੇ। ਇੱਕ ਕਹਿੰਦਾ ਮੈਂ ਉੱਚੀ ਜਾਤ ਦਾ, ਮੈਂ ਨੀਵੀਂ ਜਾਤ ਵਾਲੇ ਨੂੰ ਮਾਰਾਂਗਾ, ਦੂਜਾ ਕਹਿੰਦਾ ਨੀਵੀਂ ਜਾਤ ਵਾਲੇ ਨੂੰ ਸੰਸਾਰ ਚੋਂ ਖਤਮ ਕਰ ਦੇਣਾ ਚਾਹੀਦਾ ਹੈ। ਪਰ ਦੁਨੀਆ ਦੇ ਵਿੱਚ ਨਿਵੇਕਲੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੈ। ਉੱਥੇ ਨਾ ਜਾਤ ਵੇਖੀ ਜਾਂਦੀ ਸੀ, ਨਾ ਧਰਮ ਵੇਖਿਆ ਜਾਂਦਾ ਸੀ ਤੇ ਨਾ ਹੀ ਨਸਲ ਵੇਖੀ ਜਾਂਦੀ ਸੀ। ਬਿਨਾਂ ਨਸਲ ਤੋਂ, ਬਿਨਾਂ ਜਾਤ ਤੋਂ, बिना धर्म तो गुरु तेग बहादुर साहब महाराज दिल्ली चांदनी चौंक में अपने धड़ नूं जिहड़ा है वो अलग करवा देंदे ने, अपने सीस नूं कटवा देंदे ने। ये बड़ी बड़ी नियामत है साडी सिख हिस्टरी दी। इस चीज़ नूं सानूं समझण दी लोड़ है। दुनिया दे विच राजनीति अज भी इन्हां ही चीज़ां करके चलदी आई है। जे किते सच्ची असीं गुरु तेग बहादुर साहब महाराज की इस शहादत नूं दुनिया तक लैके जाना चाहुंदे आ तां सानूं इन्हां गल्लां नूं लोकां तक पहुँचाउणा पएगा भी सिख धर्म एक वो धर्म है जिहड़ा सरबत दे भले दी भावना नूं लैके चलदा है। इहदे विच किसी नस्ल दा, किसी जात दा, किसी रंग दा, किसी मजहब दा कोई वितकरा नहीं कीता जांदा। इहदे विच इह नहीं वेखिया जांदा इस बंदे दी इह जात है मैं इहदी मदद करनी है, इस बंदे दा इह धर्म है मैं इहदी मदद करनी है। इत्थे धर्मां दे नां ते कोई काणी वंड नहीं। भावें सिੱਖੀ दे विच कोई मुसलमान वीर आवे, सिख ਉਹਨੂੰ भी प्रवान करता है। कश्मीर की धरती के पिछे जे हड़ आए तो उत्थे साडे सिख वीरां ने उत्थे जाके मदद की। उन्होंने ये नहीं पूछा भी तू मुसलमान है तेनों रोटी नहीं देनी, तू इस्लाम नाल संबंध रखदा तेनों पानी पीण दा कोई तेनों पानी नहीं पीण देना, तू इस्लाम नाल संबंध रखदा है। इदां दी कोई उत्थे काणी वंड नहीं की गई। ਜਦੋਂ सिख हर रोज़ गुरुद्वारे विचों अरदास करता है तो इक्को ही भावना सिख की हुंदी है, नानक नाम चढ़दी कला तेरे भाणे। इसे सरबत दे भले की भावना नूं लैके असीं दुनिया तक जाना है। जे गुरु साहब की शहादत नूं असीं दुनिया तक वेखना चाहुंदे आ ते उन्हां नूं असीं हिंद तक सीमित ना रखीए, उन्हां नूं हिंद दी चादर ना कहीए। उन्हां ने पूरी मनुखता नूं अपने कलावे विच लिया सी। धर्म तो, मजहब तो, जात तो, ਜਿਹੜੀਆਂ ਨਸਲਾਂ ਨੇ ਇਹਨਾਂ ਦੀ ਇਸ ਕਾਣੀ ਵੰਡ ਤੋਂ ਉੱਚਾ ਉੱਠ ਕੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਉਸ ਦਿੱਲੀ ਚਾਂਦਨੀ ਚੌਂਕ ਵਿੱਚ ਦਿੱਤੀ ਸੀ। ਤੇ ਉਹਦੇ ਵਿੱਚ ਉਹਨਾਂ ਨਾਲ ਉਹਨਾਂ ਦੇ ਜਾਨੋਂ ਪਿਆਰੇ 3 ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਹੈ। ਏਡੀ ਵੱਡੀ ਅਨੋਖੀ ਸ਼ਹਾਦਤ ਤੁਹਾਨੂੰ ਦੁਨੀਆ ਦੇ ਹੋਰ ਕਿਸੇ ਇਤਿਹਾਸ ਵਿੱਚ ਨਹੀਂ ਮਿਲੇਗੀ। ਅਸੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਇਸ ਸ਼ਹਾਦਤ ਤੋਂ ਪ੍ਰਣ ਲੈਂਦੇ ਹੋਏ ਆਪਣੇ ਜੀਵਨ ਵਿੱਚ ਇੱਕ ਗੱਲ ਨੂੰ ਧਾਰਨ ਕਰੀਏ ਵੀ ਅਸੀਂ ਵੀ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਅਸੀਂ ਦੁਨੀਆ ਵਿੱਚ ਜਾਵਾਂਗੇ। ਅਸੀਂ ਸਾਰੇ ਪ੍ਰਚਾਰਕ ਵੀਰ ਬੈਠੇ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਆਪਣੇ ਇਤਿਹਾਸ ਨੂੰ ਆਪ ਪੜ੍ਹ ਕੇ ਉਹਨੂੰ ਲੋਕਾਂ ਤੱਕ ਪਹੁੰਚਾਈਏ। ਦੁਨੀਆ ਦੇ ਕੋਲ ਕੁਝ ਨਹੀਂ ਹੈ। ਅਗਲਿਆਂ ਨੇ ਆਪਣੀ ਮਿੱਟੀ ਨੂੰ ਵੀ ਸੋਨੇ ਦੇ ਰੂਪ ਦੇ ਵਿੱਚ ਬਦਲ ਕੇ ਤੇ ਦੁਨੀਆ ਨੂੰ ਵੇਚ ਦਿੱਤਾ ਤੇ ਸਾਨੂੰ ਆਪਣਾ ਅਜੇ ਤੱਕ ਸੋਨਾ ਵੀ ਨਹੀਂ ਵੇਚਣਾ ਆਇਆ। ਅਸੀਂ ਤਾਂ ਬਹੁਤਾ ਆਪਣੇ ਇਤਿਹਾਸ ਨੂੰ ਅੱਜ ਇੱਦਾਂ ਦਾ ਬਣਾ ਦਿੱਤਾ ਵੀ ਆ ਵੀ ਨਹੀਂ ਹੈਗਾ, ਆ ਵੀ ਨਹੀਂ ਹੈਗਾ। ਬਹੁਤਾ ਕੰਟਰੋਵਰਸੀ ਵਿੱਚ ਅਸੀਂ ਆਪਣੇ ਇਤਿਹਾਸ ਨੂੰ ਅੱਜ ਭੁੱਲਦੇ ਜਾ ਰਹੇ ਹਾਂ। ਬਹੁਤੇ ਇਤਿਹਾਸ ਦੇ ਸਵਾਲ ਅਸੀਂ ਆਪ ਵੀ ਅੱਜ ਸਿੱਖਾਂ ਦੇ ਮੱਥੇ ਤੇ ਮੜ ਦਿੱਤੇ ਨੇ। ਜੇ ਆਹ ਨਹੀਂ ਹੈਗਾ ਤੇ ਆਹ ਕਿੱਦਾਂ ਹੋ ਗਿਆ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠਦੇ ਹੋਏ ਅਸੀਂ ਸਾਰੇ ਆਪਣਾ ਫਰਜ਼ ਪਛਾਣੀਏ ਤੇ ਆਪਣਾ ਫਰਜ਼ ਪਛਾਣਦੇ ਹੋਏ ਉਸ ਇਤਿਹਾਸ ਨੂੰ ਪੜ੍ਹ ਕੇ उस इतिहास से मान करके उन्होंने दुनिया तक लैके जाइए। ये नहीं वेखना इस बंदे की जात की है, इस बंदे का मजहब की है, इस बंदे की नस्ल की है, इसका रंग की है। इन्हां सारियां चीज़ों तो उपर उठते हुए असीं गुरु तेग बहादुर साहब महाराज की शहादत तो प्रण लईए भी साडे भी जीवन में एक गल आ जाए, असीं भी सरबत के भले की भावना नूं लैके दुनिया तक जा सकीए। जिस गल नूं बाणी ने इस तरह कलमबंद किया है, एक पिता एक सकेहा मुबारक। असीं सारे इक्को दे भेजे हुए बंदे हाँ, जिन्हों पातशाह की बाणी ने इदां भी लिखा है, अवल अल्लाह नूर उपाया
ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਰ ਇੱਕ ਬੰਦਾ ਇੱਕ ਨੂਰ ਤੋਂ ਪੈਦਾ ਹੋਇਆ ਹੈ। ਇੱਥੇ ਕੋਈ ਚੰਗਾ ਨਹੀਂ ਹੈ, ਕੋਈ ਇਸ ਦੁਨੀਆ ਤੇ ਮੰਦਾ ਨਹੀਂ ਹੈ। ਜਿਹੜਾ ਮੰਦਾ ਹੈ ਉਹ ਆਪਣੇ ਕਰਮਾਂ ਕਰਕੇ ਮੰਦਾ ਹੈ, ਜਿਹੜਾ ਚੰਗਾ ਹੈ ਉਹ ਆਪਣੇ ਕਰਮਾਂ ਕਰਕੇ ਚੰਗਾ ਹੈ। ਜੇ ਕੰਮ ਚੰਗੇ ਹੋ ਗਏ ਤੇ ਦੁਨੀਆ ਤੇ ਮੰਦੇ ਵਾਲੀ ਜਿਹੜੀ ਭਾਵਨਾ ਹੈ ਉਹ ਆਪਣੇ ਆਪ ਹੀ ਸਮਾਪਤ ਹੋ ਜਾਏਗੀ। ਸੋ ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ ਤੇ ਬੜੇ ਪਿਆਰ ਨਾਲ ਆਪ ਜੀ ਨੇ ਇਸ ਇਤਿਹਾਸ ਨੂੰ ਸ਼ਰਵਣ ਕਰਨ ਦਾ ਯਤਨ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਜੇ ਕੋਈ ਬੋਲ ਚੰਗਾ ਲੱਗਾ ਹੋਵੇ, ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣਾ। ਬਾਬਾ ਜੀ ਦੇ ਕਹਿਣ ਤੇ ਬਾਬਾ ਜੀ ਬੜੇ ਦਿਨਾਂ ਤੋਂ ਬੇਨਤੀ ਕਰ ਰਹੇ ਸਨ ਵੀ ਕਿਤੇ ਸਮਾਂ ਕੱਢੋ ਤੇ ਅਸੀਂ ਜਿਹੜਾ ਹੈ ਉਹ ਵਿਦਿਆਰਥੀਆਂ ਦੇ ਨਾਲ ਕੋਈ ਗੱਲਬਾਤ ਜਿਹੜੀ ਹੈ ਸਾਂਝੀ ਕਰਨੀ ਹੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹਨਾਂ ਦੇ ਸਹਿਯੋਗ ਨਾਲ ਹੀ ਹੋਇਆ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਸਾਰਿਆਂ ਨੇ ਰਲ ਮਿਲ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਉੱਪਰ ਕੁਝ ਕੁ ਵਿਚਾਰ ਸਾਂਝੇ ਕਰਨ ਦਾ ਯਤਨ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਸਾਹਿਬ ਜੀ।